ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਚੱਲਦੀ ਹੈ। ਕੱਲ ਅਸੀਂ 39 ਪੌੜੀ 39ਵੀਂ ਪੌੜੀ ਦੀ ਵਿਚਾਰ ਕੀਤੀ ਸੀ। ਅੱਜ 40ਵਾਂ ਪਦੇ ਦੇ ਦਰਸ਼ਨ ਕਰਨੇ ਹਨ। ਕੋਈ ਵੀਰ ਭੈਣ ਰਹਾਉ ਦੀ ਤੁਕ ਦੇ ਨਾਲ ਇਹ ਪਦਾ ਪੜ੍ਹਦੇ, ਫਿਰ ਇਹਦੇ ਦਰਸ਼ਨਾਂ ਵਿੱਚ ਉਤਰਾਂਗੇ। ਧੰਨਵਾਦ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਬਾਂਧਿਓ ਸੇਤ ਵਿਦਾਤੈ, ਲੰਕਾ ਲੂਟੀ ਦੈਤ ਸੰਤਾਪੈ। ਰਾਮਚੰਦ ਮਾਰਿਓ ਇਹ ਰਾਵਣ, ਬੇਦ ਵਿਭੀਖਣ ਗੁਰਮੁਖ ਪਰਚਾਇਣ। ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਅਸੀਂ ਸਾਰੇ ਜਾਣੇ ਅਣਜਾਣੇ, ਵਾਹਿਗੁਰੂ ਜੀ, ਅਸੀਂ ਸਾਰੇ ਜਾਣੇ ਅਣਜਾਣੇ ਜੀਵਨ ਦੀ ਇੱਕ ਅਵਸਥਾ ਨੂੰ ਲੱਭਦੇ ਹਾਂ। ਉਸ ਨੂੰ ਲੱਭਣ ਵਿੱਚ ਸਾਡਾ ਸਾਰਾ ਜੀਵਨ ਨਿਕਲ ਜਾਂਦਾ ਹੈ। ਇੱਕ ਤਰ੍ਹਾਂ ਦਾ ਸਲਿਊਸ਼ਨ ਲੱਭਦੇ ਹਾਂ ਜੀਵਨ ਤੋਂ। ਕਈ ਵਾਰ ਜੀਵਨ ਦੀ ਪ੍ਰੋਬਲਮਸ ਵਿੱਚ ਉਲਝ ਕੇ ਭੁੱਲ ਹੀ ਜਾਂਦੇ ਹਾਂ ਕਿ ਜੀਵਨ ਹੈ ਕੀ। ਕਈ ਵਾਰ ਡੇ ਟੂ ਡੇ ਪ੍ਰੈਸ਼ਰਸ ਨੂੰ ਦੇਖਦੇ ਹੋਏ ਵਿਜ਼ਨ ਬੜਾ ਡਿਸਟੋਰਟ ਜਿਹਾ ਹੋ ਜਾਂਦਾ ਹੈ। ਸਮਝ ਨਹੀਂ ਆਉਂਦੀ ਹੈ ਕਿ ਇਸ ਚੋਂ ਨਿਕਲੇਗਾ ਕੀ। ਜੀਵਨ ਨੂੰ ਪੂਰੀ ਤਰ੍ਹਾਂ ਜਾਣ ਲੈਣਾ ਆਪਣੇ ਆਪ ਵਿੱਚ ਇੱਕ ਬੜਾ ਵਿਡੰਬਣਾ ਜੀ ਹੈ, ਇੱਕ ਕਨਫਿਊਜ਼ਨ ਹੈ, ਜਿਹਦੇ ਵਿੱਚ ਅਸੀਂ ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਉਲਝੇ ਹੋਏ ਹਾਂ। ਰੋਜ਼ਮर्रा ਦੇ ਇਸ਼ੂਜ਼ ਕਈ ਵਾਰ ਥਾਟ ਨੂੰ ਡੋਮੀਨੇਟ ਕਰਦੇ ਹਨ। ਫਿਰ ਇਹ ਥਾਟ ਵੀ ਉੱਠਦੀ ਹੈ ਕਿ ਇਹਨਾਂ ਮੁਸੀਬਤਾਂ ਦੇ ਹੁੰਦੇ ਹੋਏ ਇਕਾਗਰਤਾ ਕਿਵੇਂ ਮਿਲੇਗੀ। ਸੁਰਤ ਨੂੰ ਅਗਰ ਅਸੀਂ ਜਾਣਦੇ ਨਹੀਂ ਹਾਂ ਤਾਂ ਥਾਟ ਨੂੰ ਕਿਵੇਂ ਸੰਭਾਲਾਂਗੇ। ਇਹ ਮਾਈਂਡ ਇਤਨਾ ਵੇਵਰ ਕਰਦਾ ਹੈ। ਜੋ ਸਾਡੀ ਮਨ ਦੀ ਅਵਸਥਾ ਹੈ ਉਹੀ ਮੇਰਾ ਜੀਵਨ ਹੈ। ਮੇਰੇ ਆਲੇ ਦੁਆਲੇ ਬਹੁਤ ਖੁਸ਼ੀਆਂ ਹੋਣ ਪਰ ਮੇਰਾ ਮਨ ਉਦਾਸ ਹੋਏ ਤਾਂ ਮੈਂ ਉਹਨਾਂ ਖੁਸ਼ੀਆਂ ਨਾਲ ਜੁੜ ਨਹੀਂ ਪਾਵਾਂਗਾ। ਮੈਂ ਉਹੀ ਹਾਂ ਜੋ ਮੇਰਾ ਮਨ ਦੇ ਹਾਲਾਤ ਹਨ। ਇਹ ਕਾਰਨ ਇਹਦਾ ਇਹ ਹੀ ਹੈ ਕਿ ਮੈਂ ਉਸ ਮਨ ਦੇ ਵਿੱਚ ਹੀ ਜੀਂਦਾ ਹਾਂ, ਆਪਣੀ ਥਾਟਸ ਦੇ ਨਾਲ ਹੀ ਜੀਂਦਾ ਹਾਂ ਔਰ ਉਹਨਾਂ ਥਾਟਸ ਨੂੰ ਹੀ ਆਪਣਾ ਸਗਾ ਸੰਬੰਧੀ ਬਣਾਇਆ ਹੈ। ਇਸੇ ਤਰ੍ਹਾਂ ਸਮਝਾਂਗੇ ਅਸਲ ਸੰਬੰਧੀ ਉਹ ਨੇ ਜੋ ਮੇਰੀਆਂ ਥਾਟਸ ਹਨ। ਕੁਝ ਲੋਕਾਂ ਨਾਲ ਬੈਠ ਕੇ ਮੈਨੂੰ ਅੱਛਾ ਲੱਗਦਾ ਹੈ ਤਾਂ ਮੇਰੇ ਵਿੱਚ ਉਹੋ ਜਿਹੀ ਥਾਟਸ ਟ੍ਰਿਗਰ ਹੁੰਦੀਆਂ ਹਨ। ਹੁੰਦੀਆਂ ਤਾਂ ਮਨ ਵਿੱਚ ਹੀ ਹਨ। ਉਹਦਾ ਟ੍ਰਿਗਰ ਬਾਹਰ ਹੈ ਪਰ ਹੈ ਤੇ ਉਹ ਚੇਂਜ ਮਨ ਦੀ ਅਵਸਥਾ ਵਿੱਚ ਹੀ। ਇਸੇ ਤਰ੍ਹਾਂ ਦੁੱਖ ਔਰ ਸੁੱਖ ਔਰ ਅਨੇਕਾਂ ਹੀ ਹੋਰ ਇਸ਼ੂਜ਼ ਲੱਗਦੇ ਸਾਨੂੰ ਬਾਹਰ ਹਨ ਪਰ ਇਹੋ ਸਭ ਕੁਝ ਮਨ ਦੀ ਲੈਵਲ 'ਤੇ ਰਿਹਾ ਹੈ। ਇਹਦਾ ਬਾਹਰ ਦੀ ਦੁਨੀਆ ਦਾ ਰਿਲੇਸ਼ਨ ਮੇਰੇ ਨਾਲ ਮੇਰੇ ਮਨ ਦੇ ਥਰੂ ਹੀ ਹੋ ਰਿਹਾ ਹੈ। ਜਿਵੇਂ ਕੋਈ ਸ਼ੀਸ਼ਾ ਹੋਏ,
ਜਾਂ ਕੋਈ ਐਨਕ ਕਿਸੇ ਨੇ ਪਾ ਲਈ ਹੋਏ, ਉਹਦੇ 'ਚ ਰੰਗ ਹੋਏ, ਜੋ ਰੰਗ ਉਸ ਐਨਕ ਦਾ ਹੋਏਗਾ ਇਸੇ ਤਰ੍ਹਾਂ ਸਾਰੀ ਦੁਨੀਆ ਦਿਖੇਗੀ। ਮਨ ਦੇ ਤਹਿ ਦੇ ਉੱਤੇ ਚੇਂਜ ਹੋ ਰਿਹਾ ਹੈ। ਉਸ ਚੇਂਜ ਨੂੰ ਮੈਂ ਡੇ ਟੂ ਡੇ ਸੰਭਾਲ ਪਾਉਂਦਾ ਹਾਂ ਕਿ ਨਹੀਂ, ਇਸ 'ਤੇ ਬਹੁਤ ਕੁਝ ਡਿਪੈਂਡ ਕਰਦਾ ਹੈ। ਕਈ ਵਾਰ ਨਹੀਂ ਸੰਭਾਲ ਪਾਉਂਦਾ ਤਾਂ ਦਿਖਦਾ ਹੀ ਨਹੀਂ ਕਿ ਕਿੱਥੇ ਹੈ, ਬੜਾ ਦੂਰ ਲੱਗਦਾ ਹੈ, ਕੋਈ ਨਿਸ਼ਾਨਾ ਨਹੀਂ ਦਿਖਦਾ, ਨਿਸ਼ਾਨ ਹੀ ਨਹੀਂ ਦਿਖਦਾ, ਬੜਾ ਦੂਰ ਦਿਖਦਾ ਹੈ। ਪਰ ਕਈ ਵਾਰ ਮੈਂ ਇਹਨਾਂ ਨੂੰ ਸੰਭਾਲ ਪਾਉਂਦਾ ਹਾਂ ਤਾਂ ਮੈਨੂੰ ਫਿਰ ਐਮਪਾਵਰਮੈਂਟ ਦਿਖਦੀ ਹੈ, ਸ਼ਾਂਤੀ ਦਿਖਦੀ ਹੈ। ਮੈਨੂੰ ਲੱਗਦਾ ਕਿ ਹੁਣ ਮੈਂ ਜਾਣ ਗਿਆ ਦੁਨੀਆ ਕੀ ਹੈ। ਪਰ ਇੱਕ ਸਾਗਰ ਦੇ ਵਿੱਚ ਕਿਸੇ ਨੂੰ ਘੇਰ ਦਿਓ, ਅਗਲੀ ਹਵਾ ਦਾ ਝੋਕਾ ਕਿਸ ਪਾਸੇ ਮੈਨੂੰ ਲੈ ਜਾਏਗਾ, ਇਹਦਾ ਕੀ ਪਤਾ ਹੈ। ਇੱਕ ਕੌਨਸਟੈਂਟ ਚੇਂਜ ਦੇ ਵਿੱਚ ਮੈਂ ਬਿਨਾਂ ਕਿਸੇ ਸਹਾਰੇ ਦੇ ਉਤਰ ਜਾਂਦਾ ਹਾਂ। ਕੀ ਪਤਾ ਹੈ ਕਿ ਅਗਲੀ ਵੇਵ ਮੈਨੂੰ ਕਿੱਧਰ ਲੈ ਜਾਏਗੀ ਔਰ ਕਿਹੜੇ ਮੋੜ ਤੇ ਲਿਆ ਕੇ ਖੜਾ ਕਰ ਦੇਗੀ। ਇਸ ਚੀਜ਼ ਦੀ ਕਰਕੇ ਮੇਰਾ ਜੀਵਨ ਇਨਸਿਕਿਉਰ ਹੈ, ਕਿਉਂਕਿ ਮੈਨੂੰ ਅੰਤਰਾਤਮਾ ਹੈ, ਗਿਆਨ ਹੈ ਕਿ ਮੈਂ ਬੜੇ ਕੌਨਸਟੈਂਟ ਚੇਂਜ ਦੇ ਵਿੱਚ ਵਿਚਰਦਾ ਹਾਂ। ਕਿਹੜੀ ਚੀਜ਼ ਹੈ ਜਿਹੜੀ ਜੀਵਨ ਦੀ ਸਟੈਬਿਲਿਟੀ ਹਾਜ਼ਰ ਕਰਦੀ ਹੈ। ਸਿੱਧਗੋਸ਼ ਦੀ ਬਾਣੀ ਵਿੱਚ ਸਾਹਿਬ ਇਹ ਵਿਚਾਰ ਕਰਦੇ ਹਨ। ਕਿਹੜੀ ਅਵਸਥਾ ਹੈ, ਇਹ ਸਾਰਾ ਕੁਝ ਸਾਹਿਬ ਵਿਚਾਰ ਚੁੱਕੇ ਹਨ। ਪਰ ਮੈਂ ਜੀਵਨ ਨੂੰ ਜੀਂਦਾ ਹੋਇਆ ਜੀਵਨ ਦੇ ਨਾਲ ਹੀ ਸਮਾਪਤ ਹੋ ਜਾਵਾਂਗਾ ਕਿ ਜੀਵਨ ਦੇ ਪਾਰ ਕੁਝ ਦੇਖ ਪਾਵਾਂਗਾ, ਇਹ ਕਿੱਥੋਂ ਪਤਾ ਲੱਗੇਗਾ। ਮੈਂ ਜੀਵਨ ਦੇ ਪਾਰ ਦੀ ਗੱਲ ਅਸੀਂ ਕੱਲ੍ਹ ਦੀ ਪੌੜੀ ਵਿੱਚ ਵਿਚਾਰੀ ਸੀ ਕਿ ਜੀਵਨ ਨੂੰ ਅਗਰ ਅਸੀਂ ਇੱਕ ਸਾਗਰ ਜਾਂ ਇੱਕ ਨਦੀ ਦੀ ਤਰ੍ਹਾਂ ਜਾਣੀਏ ਤਾਂ ਇਹਦੇ ਪਾਰ ਜਾਣਾ, ਇਹਦੇ ਪਾਰ ਜਾਣ ਦੀ ਕੀ ਵਿਧੀ ਹੈ ਔਰ ਪਾਰ ਜਾਣਾ ਵੀ ਕਿਉਂ ਹੈ। ਮੈਨੂੰ ਲੱਗਦਾ ਪਾਰ ਅਸੀਂ ਤਾਂ ਜਾਣਾ ਹੈ ਕਿਉਂਕਿ ਅਸੀਂ ਇਹ ਕੌਨਸਟੈਂਟ ਚੇਂਜ ਔਰ ਇਸ ਇਨਸਿਕਿਉਰਿਟੀ ਦੇ ਵਿੱਚ ਆਪਣੇ ਆਪ ਨੂੰ ਗਵਾ ਚੁੱਕੇ ਹਾਂ। ਅਸੀਂ ਇਸ ਚੀਜ਼ ਨੂੰ ਭੁੱਲ ਚੁੱਕੇ ਹਾਂ ਕਿ ਮੈਂ ਔਰ ਮੇਰੀ ਮਨ ਦੀ ਅਵਸਥਾ ਦਰਅਸਲ ਕੀ ਹੈ। ਹਜੂਰ ਨੇ ਇਸ ਬਾਣੀ ਦੇ ਵਿੱਚ ਅਧਿਆਤਮ ਦੇ, ਸਪਿਰਿਚੁਅਲਿਟੀ ਤੇ ਗਹਿਨ ਕੁਐਸਚਨਸ ਰੇਜ਼ ਕੀਤੇ ਹਨ ਔਰ ਉਹਨਾਂ ਤੋਂ ਸਿੱਖਿਆ ਪ੍ਰਦਾਨ ਕਰਨ ਦੀ ਗੱਲ ਚੱਲਦੀ ਹੈ ਕਿ ਮੈਂ ਆਪਣੇ ਮਨ ਨੂੰ ਕਿਵੇਂ ਟੈਕਲ ਕਰਾਂਗਾ। ਅੱਜ ਦਾ ਪਤਾ ਮਨ ਤੋਂ ਪਾਰ ਜਾਣ ਦੀ ਵਿਧੀ ਸਮਝਾ ਰਿਹਾ ਹੈ। ਇਸ ਚੇਂਜਿੰਗ ਮਾਈਂਡ ਤੋਂ ਬਿਯੋਂਡ ਮੈਂ ਕਿਵੇਂ ਜਾ ਸਕਾਂਗਾ। ਜੀਵਨ ਸਾਹਿਬ ਦੱਸਦੇ ਹਨ ਸਾਨੂੰ ਕਿ ਤਾਂ ਹੀ ਮਿਲੇਗਾ ਜਦੋਂ ਇੱਕ ਨਵਾਂ ਜਨਮ ਮਿਲੇਗਾ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਸਤਿਗੁਰੂ ਮਿਲ ਜਾਏ, ਮੈਨੂੰ ਸਪਿਰਿਚੁਅਲ ਜੀਵਨ ਮਿਲ ਜਾਏਗਾ। ਮੇਰੇ ਜੀਵਨ ਦਾ ਆਵਾਗਾਉਣ ਖਤਮ ਹੋ ਜਾਏਗਾ, ਚੇਂਜ ਖਤਮ ਹੋ ਜਾਏਗਾ। ਕੀ ਇਹਦਾ ਇਹ ਮਤਲਬ ਹੈ ਕਿ ਮੇਰੀ ਰੋਜ਼ਮर्रा ਦੀ ਮੁਸੀਬਤ ਖਤਮ ਹੋ ਜਾਣਗੀਆਂ। ਜਿਹੜੀ ਮੇਡ ਟਾਈਮ ਸਿਰ ਨਹੀਂ ਆਉਂਦੀ ਸੀ ਹੁਣ ਕੱਲ੍ਹ ਤੋਂ ਟਾਈਮ ਸਿਰ ਆਏਗੀ। ਜਾਂ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਮੇਰਾ ਬਿਜ਼ਨਸ ਨਿਕਲਦਾ ਹੈ ਉਹ ਆਪਣੇ ਆਪ ਵਿੱਚ ਸੋਲਵ ਹੋ ਜਾਏਗਾ। ਇਸ ਜੀਵਨ ਦਾ ਔਰ ਉਸ ਜੀਵਨ ਦਾ ਕੀ ਰਿਲੇਸ਼ਨਸ਼ਿਪ ਹੈ। ਇਹ ਬਹੁਤ ਇੰਟਰਸਟਿੰਗ ਟੌਪਿਕ ਹੈ ਕਿਉਂਕਿ ਅਸੀਂ ਇਹਨਾਂ ਪਲੇਨਸ ਨੂੰ ਮਿਲਾਉਣ ਦੇ ਵਿੱਚ ਐਕਸਪਰਟ ਹੈਗੇ ਆ। ਸਾਨੂੰ ਲੱਗਦਾ ਹੈ ਕਿ ਜੇ ਅੱਜ ਅਸੀਂ ਨਾਮ ਜਪ ਦਿਆਂਗੇ ਤਾਂ ਫਿਰ ਸਾਰੀ ਦੁਨੀਆ ਮੇਰੇ ਕੰਟਰੋਲ 'ਚ ਆ ਜਾਏਗੀ। ਮਨ ਤਾਂ ਕੰਟਰੋਲ ਵਿੱਚ ਆਉਂਦਾ ਨਹੀਂ ਇੰਨਾ ਸੌਖਾ। ਦੁਨੀਆ
ਫਿਜ਼ੀਕਲ ਲੈਵਲ 'ਤੇ ਵੀ ਚੱਲਦੀ ਰਹੇਗੀ। ਪਰ ਅਗਰ ਮਨ ਦੇ ਵਿੱਚ ਬੈਲੈਂਸ ਰੱਖਾਂਗੇ ਤਾਂ ਉਸ ਨੂੰ ਟੈਕਲ ਕਰਨ ਦੀ ਐਬਿਲਿਟੀ ਬੈਟਰ ਹੋ ਜਾਏਗੀ। ਅਗਰ ਮਨ ਬੈਲੈਂਸ ਖੋ ਜਾਏਗਾ ਤਾਂ ਫਿਰ ਸ਼ਾਇਦ ਨਾ ਵੀ ਹੋਏ। ਪਰ ਅਗਰ ਅਸੀਂ ਜੀਵਨ ਨੂੰ ਇੱਕ ਸ਼ਕਤੀ ਦੀ ਤਰ੍ਹਾਂ ਜਾਣੀਏ, ਫਿਜ਼ੀਕਲ ਪਲੇਨ ਦੇ ਵਿੱਚ ਅਸੀਂ ਸ਼ਕਤੀ ਕਮਿਟ ਕੀਤੀ, ਐਨਰਜੀ ਕਮਿਟ ਕੀਤੀ, ਅਸੀਂ ਉਸੇ ਤਰ੍ਹਾਂ ਉਹਦੇ ਰਿਜ਼ਲਟਸ ਐਕਸਪੈਕਟ ਕਰਦੇ ਹਾਂ। ਜਿਤਨੀ ਜ਼ਿਆਦਾ ਐਨਰਜੀ ਕਿਸੇ ਸਬਜੈਕਟ ਵਿੱਚ ਲਗਾਵਾਂਗੇ, ਅਗਰ ਉਹ ਠੀਕ ਤਰ੍ਹਾਂ ਕਰਾਂਗੇ ਤੇ ਪੋਸੀਬਿਲਿਟੀ ਹੈ ਕਿ ਵੀ ਵਿਲ ਡੂ ਦ ਬੈਸਟ ਪੋਸੀਬਲ। ਰਿਜ਼ਲਟਸ ਸਾਡੇ ਹੱਥ ਵਿੱਚ ਨਹੀਂ ਹਨ, ਨਾ ਹੀ ਹੋਣੇ ਚਾਹੀਦੇ ਹਨ। ਅਗਰ ਪ੍ਰੋਸੈਸ ਨੂੰ ਹੀ ਮੈਂ ਪੂਰੀ ਤਰ੍ਹਾਂ ਅਬਜ਼ੋਰਵ ਕਰ ਲਵਾਂ, ਕਿਸੇ ਕਾਰਜ ਨੂੰ ਮੈਂ ਕਰਦਾ ਹੋਵਾਂ ਔਰ ਉਹ ਇਤਨਾ ਨਿਪੁੰਨ ਤਰੀਕੇ ਨਾਲ, ਪੂਰੀ ਇਕਾਗਰਤਾ ਨਾਲ ਕਰਾਂ ਕਿ ਮੇਰਾ ਮਨ ਉਹਦੇ ਵਿੱਚ ਹੀ ਲੀਨ ਹੋ ਜਾਏ, ਤਾਂ ਮਨ ਦਾ ਕੋਈ ਹਿੱਸਾ ਬਚਦਾ ਨਹੀਂ ਫਿਰ ਜੋ ਇਹ ਸੋਚੇਗਾ ਕਿ ਇਹਦਾ ਰਿਜ਼ਲਟ ਕੀ ਹੋਏਗਾ। ਔਰ ਅਗਰ ਉਹ ਸੋਚਦਾ ਹੈ ਤਾਂ ਫਿਰ ਮਨ ਪੂਰੀ ਤਰ੍ਹਾਂ ਇਕਾਗਰ ਨਹੀਂ ਹੋਇਆ। ਇੱਕ ਆਪਰੇਸ਼ਨ ਥੀਏਟਰ 'ਤੇ ਹਾਰਟ ਦਾ ਆਪਰੇਸ਼ਨ ਹੋ ਰਿਹਾ ਹੈ ਔਰ ਡਾਕਟਰ ਉਸ ਹਾਰਟ ਨੂੰ ਸੀ ਰਿਹਾ ਹੈ। ਅਗਰ ਉਹਦਾ ਹੱਥ ਪੂਰੀ ਤਰ੍ਹਾਂ ਉਸ ਸੀਨ ਦੇ ਵਿੱਚ ਲਗਨ ਨਾਲ ਕੰਮ ਕਰੇਗਾ ਤਾਂ ਉਹ ਇੱਕ ਪੋਜ਼ਿਟਿਵ ਪ੍ਰੇਅਰ ਦੀ ਤਰ੍ਹਾਂ ਉਤਰਦਾ ਹੈ। ਪਰ ਉਸ ਹਾਰਟ ਦੇ ਆਪਰੇਸ਼ਨ ਦੇ ਸਮੇਂ ਡਾਕਟਰ ਅਗਰ ਇਹ ਸੋਚਣ ਲੱਗ ਪਏ ਕਿ ਇਹ ਜਨ ਬਚੇਗਾ ਜਾਂ ਨਹੀਂ, ਤਾਂ ਉਹਦਾ ਹੱਥ ਥਿੜ ਜਾਏਗਾ। ਉਹਦੀ ਮਨ ਦੀ ਅੱਧੀ ਸ਼ਕਤੀ ਅਨਬੈਲੈਂਸ ਹੋ ਜਾਏਗੀ। ਮਨ ਦੇ ਇਹ ਦੋ ਹਿੱਸੇ ਹਨ। ਮਨ ਦੇ ਦੋਨੋਂ ਹਿੱਸਿਆਂ ਦੇ ਆਪਣੇ ਆਪਣੇ ਕਾਰਜ ਹਨ। ਫਿਜ਼ੀਕਲ ਲੈਵਲ 'ਤੇ ਫਿਜ਼ੀਕਲ ਰਿਜ਼ਲਟਸ ਐਕਸਪੈਕਟ ਕਰਨੇ ਚਾਹੀਦੇ ਹਨ ਔਰ ਅਧਿਆਤਮਿਕ ਪਲੇਨ ਇੱਕ ਹੋਰ ਦੁਨੀਆ ਹੈ। ਇਹ ਦੋਨੋਂ ਜੁੜੀਆਂ ਹਨ। ਫਿਜ਼ੀਕਲ ਪਲੇਨ ਵੀ ਸਪਿਰਿਚੁਅਲ ਤੋਂ ਇੰਸਪਾਇਰ ਹੁੰਦਾ ਹੈ। ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ ਮੈਟਰ ਸਪਿਰਿਟ ਦਾ ਹੀ ਗ੍ਰੋਸ ਫਾਰਮ ਹੈ। ਪਰ ਜਿਸ ਪਲੇਨ ਤੇ ਪਰਫੈਕਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਉੱਥੇ ਪਰਫੈਕਸ਼ਨ ਐਕਸਪੈਕਟ ਕਰ ਲੈਣਾ ਥੋੜ੍ਹਾ ਜਿਹਾ ਡਿਸਅਪੁਆਇੰਟਮੈਂਟ ਵਿੱਚ ਆਏਗਾ। ਮੈਂ ਆਪ ਨੂੰ ਇਸ ਤਰਫ ਇਸ ਕਰਕੇ ਲਿਜਾ ਰਿਹਾ ਹਾਂ ਕਿਉਂਕਿ ਇਹ ਸਾਡੀ ਥਾਟਸ ਜੀਵਨ ਵਿੱਚ ਰਹਿੰਦੀਆਂ ਹਨ। ਅਧਿਆਤਮਕ ਸਿਖਰ 'ਤੇ ਇੱਕ ਜ਼ਰੂਰੀ ਕਾਰਜ ਜੀਵਨ ਦਾ ਸਭ ਤੋਂ ਉੱਤਮ ਇਹ ਹੈ ਕਿ ਜੀਵਨ ਦਾ ਇਹ ਰਹੱਸ ਜਾਣ ਜਾਈਏ, ਜੀਣ ਦੇ ਜੀ, ਕਿ ਦਰਅਸਲ ਜੀਵਨ ਹੈ ਕੀ, ਤਾਂ ਕਿ ਇਸ ਫਿਜ਼ੀਕਲ ਪਲੇਨ ਤੋਂ ਮੁਕਤ ਰਹੀਏ, ਆਜ਼ਾਦ ਹੋ ਸਕੀਏ ਔਰ ਇਸ 'ਤੇ ਡਿਪੈਂਡੈਂਸ ਸਾਡੀ ਘਟ ਜਾਏ। ਫਿਰ ਮਾਈਂਡ ਇਹਦੇ ਵੱਲ ਨਹੀਂ ਟੁਰੇਗਾ। ਕਾਲ ਰਹਿਤ ਜੀਵਨ, ਸਰੀਰ ਰਹਿਤ ਜੀਵਨ, ਮਾਨਸਿਕ ਲੈਵਲ 'ਤੇ ਇੱਕ ਅਵੇਕਨਡ ਮਾਈਂਡ। ਸਾਹਿਬ ਨੇ ਖਾਲਸੇ ਨੂੰ ਇਹੀ ਕਿਹਾ ਹੈ, ਪੂਰਨ ਜੋਤ ਜਗੇ ਘਟ ਮੇਂ, ਤਬ ਖਾਲਸ ਤਾਹੇ ਨਾ ਖਾਲਸ ਜਾਣੇ। ਫਿਜ਼ੀਕਲ ਨਾਲ ਡਿਸਕਨੈਕਟ ਨਹੀਂ ਹੈ, ਡਿਸਕਨੈਕਟ ਤਾਂ ਹੈ ਪਰ ਪੂਰੀ ਤਰ੍ਹਾਂ ਡਿਸਕਨੈਕਟ ਨਹੀਂ ਹੈ। ਫਿਜ਼ੀਕਲ ਲੈਵਲ 'ਤੇ ਸਪਿਰਿਚੁਅਲ ਇੰਪੈਕਟ ਆਉਂਦਾ ਹੈ ਔਰ ਆਏਗਾ ਵੀ, ਔਰ ਇਕਾਗਰ ਮਨ ਦੇ ਵਿੱਚ ਆਉਣਾ ਵੀ ਚਾਹੀਦਾ ਹੈ, ਪਰ ਐਕਸਪੈਕਟੇਸ਼ਨ ਦੇ ਵਿੱਚ ਨਹੀਂ, ਐਕਸੈਪਟੈਂਸ ਦੇ ਵਿੱਚ, ਹਜ਼ੂਰੀ ਦੇ ਵਿੱਚ, ਹੁਕਮ ਦੇ ਵਿੱਚ। ਹੁਕਮ ਦਾ ਮਤਲਬ ਕੀ ਹੋਇਆ? ਇੱਕ ਸ਼ੀਸ਼ੇ ਦੇ ਗਲਾਸ ਦੇ ਅੰਦਰ ਪਾਣੀ ਪਿਆ ਹੈ ਔਰ ਉਹਦੇ ਵਿੱਚ ਮੈਂ ਮਿੱਟੀ ਗੇਰ ਦਿਆਂ ਤਾਂ ਮਿੱਟੀ ਇੱਕ ਆਰਡਰ ਨਾਲ ਚੱਲਦੀ ਹੈ, ਸਾਇੰਸ ਕਹਿੰਦੀ ਹੈ। ਉਹ ਅਨੇਕਾਂ ਹੀ ਮਿੱਟੀ ਦੇ ਪਾਰਟੀਕਲਸ ਆਪਣੀ ਆਪਣੀ ਜਗ੍ਹਾ ਵਿੱਚ ਆਪਣਾ ਆਪਣਾ ਕਾਰਜ ਕਰ ਰਹੇ ਹਨ।
ਉਹਨਾਂ 'ਚੋਂ ਇੱਕ ਮੈਂ ਵੀ ਹਾਂ। ਮੈਂ ਆਪਣੀ ਅਸਲੀਅਤ ਤੋਂ ਟੁੱਟ ਕੇ ਸੋਚਣ ਲੱਗ ਪਾਵਾਂ ਕਿ ਮੈਂ ਗਲਾਸ ਹੀ ਹਾਂ ਤਾਂ ਮੈਂ ਹੁਕਮ ਨਹੀਂ ਜਾਣ ਰਿਹਾ। ਮੈਂ ਜੋ ਹਾਂ ਉਹਦੇ ਹੀ ਵਿੱਚ ਹੀ ਰਵਾਂ, ਉਸ ਰਿਐਲਿਟੀ ਵਿੱਚ ਰੂਟਡ ਰਵਾਂ ਤਾਂ ਮੈਂ ਹੁਕਮ ਦਾ ਇੱਕ ਪਾਰਟ ਹੋ ਜਾਂਦਾ ਹਾਂ। ਜੋ ਉਹਦਾ ਕ੍ਰੀਏਟਰ ਦਾ ਇੱਕ ਕ੍ਰੀਏਸ਼ਨ ਹੈ, ਉਸ ਦਾ ਮੈਂ ਇੱਕ ਹਿੱਸਾ ਬਣ ਜਾਂਦਾ ਹਾਂ ਔਰ ਉਸ ਦੇ ਵਿੱਚ ਲੀਨ ਹੋ ਜਾਂਦਾ ਹਾਂ। ਸਾਰੇ ਪਾਰਟੀਕਲਸ ਆਪਸ ਦੇ ਵਿੱਚ ਇੱਕ ਹਾਰਮਨੀ ਵਿੱਚ ਚੱਲਦੇ ਹਨ। ਮੈਂ ਉਹਦੇ ਵਿੱਚ ਡਿਸਆਰਡਰ ਨਹੀਂ ਲਿਆਂਦਾ, ਫਿਰ ਹਉਮੈ ਵਿੱਚ ਨਹੀਂ ਰਹਿੰਦਾ, ਮੈਂ ਹੁਕਮ ਦਾ ਪਾਰਟ ਬਣ ਜਾਂਦਾ ਹਾਂ। ਇਹ ਸਭ ਕਿੱਥੇ ਵਰਤੇਗਾ? ਮਨ ਦੀ ਲੈਵਲ ਤੇ ਵਰਤੇਗਾ। ਔਰ ਇਹ ਇਨਸ਼ੋਰ ਨਹੀਂ ਕਰਦਾ ਕਿ ਦੂਸਰੇ ਪਾਸੇ ਫਿਜ਼ੀਕਲ ਲੈਵਲ ਤੇ ਦੇਖਦੇ ਹੋਏ ਇਨਸਾਨ ਨੂੰ ਕੁਝ ਦਿਖੇਗਾ, ਕੁਝ ਐਸਾ ਹੋ ਰਿਹਾ ਹੈ। ਜ਼ਰੂਰੀ ਨਹੀਂ ਹੈ ਦਿਖੇਗਾ ਕਿ ਕੁਝ ਸਪੈਸ਼ਲ ਹੋ ਰਿਹਾ ਹੈ, ਪਰ ਮਨ ਦੀ ਲੈਵਲ ਤੇ ਸ਼ਾਇਦ ਦਿਖੇਗਾ ਕਿ ਬਹੁਤ ਸਪੈਸ਼ਲ ਹੋ ਰਿਹਾ ਹੈ। ਸਾਹਿਬ ਨੇ ਇਸ ਨੂੰ ਹੁਕਮ ਵਿੱਚ ਰਹਿਣਾ ਕਿਹਾ ਹੈ ਕਿ ਆਪਣੇ ਮਨ ਨੂੰ ਤਿਆਗ ਕੇ ਨਿਰੰਕਾਰ ਦੇ ਨਾਲ ਇਸ ਤਰ੍ਹਾਂ ਜੁੜ ਜਾਏ ਇਨਸਾਨ ਕਿ ਹਉਮੈ ਗਿਰ ਜਾਏ ਔਰ ਉਸ ਇਕਾਗਰਤਾ ਦੇ ਵਿੱਚ ਲੀਨ ਹੋ ਕੇ ਆਪਣੀ ਹੋਂਦ ਵਿੱਚ ਇਨਸਾਨ ਜੀਏ, ਜੋ ਉਹ ਹੈ ਉਸ ਰੂਪ ਵਿੱਚ ਜੀਏ। ਇਹਦਾ ਇਹ ਮਤਲਬ ਨਹੀਂ ਕਿ ਉਹ ਚੇਂਜ ਨਹੀਂ ਲਿਆ ਸਕਦਾ। ਅਗਰ ਲੋੜ ਹੈ ਤਾਂ ਲਿਆਉਣਾ ਚਾਹੀਦੀ ਹੈ, ਪਰ ਉਹ ਫਿਜ਼ੀਕਲ ਰਿਐਲਿਟੀਜ਼ ਆਪਣੀ ਫਿਜ਼ੀਕਲ ਰਿਐਲਿਟੀ ਨੂੰ ਡੋਮੀਨੇਟ ਕਰਦੀਆਂ ਹਨ। ਉਹਦੇ ਵਿੱਚ ਵਿਵੇਕ ਬੁੱਧੀ ਕੰਮ ਆਏਗੀ, ਪਰ ਨਾਲ ਉਹਦੀ ਫਿਜ਼ੀਕਲ ਰਿਐਲਿਟੀ ਵੀ ਰਿਲੇਸ਼ਨ ਰੱਖੇਗੀ। ਸਬਜੈਕਟ ਥੋੜ੍ਹਾ ਕੰਪਲਿਕੇਟਡ ਜਿਹਾ ਹੈ। ਸਾਰਾ ਕੁਝ ਸ਼ਾਇਦ ਕਦੇ ਦੱਸਿਆ ਵੀ ਨਹੀਂ ਜਾ ਸਕਦਾ, ਨਾ ਹੀ ਬਿਆਨ ਕਰਨਾ ਚਾਹੀਦਾ ਹੈ, ਨਾ ਹੀ ਮੈਂ ਸੋਚ ਸਕਦਾ ਹਾਂ ਸਭ ਕੁਝ। ਤਾਂ ਹੀ ਸਾਹਿਬ ਨੇ ਕਿਹਾ ਕਿ ਹੁਕਮ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ, ਪਰ ਉਹਨੂੰ ਜਾਣਿਆ ਜਾ ਸਕਦਾ ਹੈ ਹਉਮੈ ਨੂੰ ਘੇਰ ਕੇ। ਮੈਂ ਨਹੀਂ ਜਾਣ ਪਾ ਰਿਹਾ, ਪਰ ਮੇਰੀ ਕੋਸ਼ਿਸ਼ ਹੈ। ਜੇ ਮੈਂ ਸਾਹਿਬ ਨੂੰ ਬੈਠ ਕੇ ਪੁੱਛਦਾ ਕਿ ਹਜ਼ੂਰ ਇਹ ਸਮਝਾਓ ਕਿ ਇਸ ਮਨ ਤੋਂ ਉਸ ਹੁਕਮ ਦੇ ਮਨ ਵਿੱਚ ਕਿਵੇਂ ਜਾਇਆ ਜਾਏ, ਜਿਹਦੇ ਵਿੱਚ ਮੈਂ ਲੀਨ ਹੋ ਕੇ ਫਿਜ਼ੀਕਲ ਰਿਐਲਿਟੀ ਤੋਂ ਬਿਯੋਂਡ ਜਾ ਸਕਾਂ, ਤਾਂ ਮਹਾਰਾਜ ਅੱਜ ਦਾ ਪਦਾ ਮੈਨੂੰ ਸ਼ਾਇਦ ਸੁਣਾਉਂਦੇ। ਗੁਰਮੁਖ ਬਾਂਧਿਓ ਸੇਤ ਵਿਦਾਤੇ। ਗੁਰਮੁਖ ਨੂੰ ਇੱਕ ਪੁੱਲ ਜਾਣਿਆ ਹੈ। ਪਹਿਲਾਂ ਸਮਝੀਏ ਕਿ ਗੁਰਮੁਖ ਸ਼ਬਦ ਦੇ 3 ਲੇਅਰਸ ਹਨ, 3 ਡਿਫਰੈਂਟ ਰਿਐਲਿਟੀਜ਼ ਹਨ। ਨਿਰੰਕਾਰ ਵੀ ਗੁਰਮੁਖ ਹੈ, ਗੁਰੂ ਵੀ ਗੁਰਮੁਖ ਹੈ, ਗੁਰੂ ਸ਼ਬਦ ਵੀ ਗੁਰਮੁਖ ਹੈ। ਔਰ ਅਗਰ ਕੋਈ ਸੰਤ ਪੁਰਸ਼ ਆਪਣਾ ਨਾਮ ਅਭਿਆਸ ਕਰਕੇ ਸ਼ਬਦ ਵਿੱਚ ਲੀਨ ਹੈ, ਉਹ ਵੀ ਗੁਰਮੁਖ ਹੈ। ਇਹ 3 ਅਵਸਥਾ ਹਨ ਤੇ 3 ਅਲੱਗ-ਅਲੱਗ ਅਵਸਥਾਵਾਂ, ਪਰ ਇਹਨਾਂ ਦੇ ਪਿੱਛੇ ਸ਼ਕਤੀ ਕੋਈ ਖੜੀ ਹੈ। ਮਹਾਰਾਜ ਕਹਿੰਦੇ ਹਨ, ਗੁਰਮੁਖ ਬਾਂਧਿਓ ਸੇਤ ਵਿਦਾਤੇ। ਗੁਰਮੁਖ ਨੂੰ ਇੱਕ ਪੁੱਲ ਦੀ ਤਰ੍ਹਾਂ ਉਹਦੀ ਹਜ਼ੂਰੀ ਹੈ, ਉਹਦੀ ਹਾਜ਼ਰੀ ਹੈ। ਮੈਂ ਗੁਰਮੁਖ ਨੂੰ ਗੁਰੂ ਵੀ ਜਾਣ ਸਕਦਾ ਹਾਂ, ਸ਼ਬਦ ਵੀ ਜਾਣ ਸਕਦਾ ਹਾਂ, ਔਰ ਗੁਰਮੁਖ ਨੂੰ ਮੈਂ ਸੰਤ ਪੁਰਸ਼, ਅਭਿਆਸੀ ਪੁਰਸ਼ ਵੀ ਜਾਣ ਸਕਦਾ ਹਾਂ। ਮਹਾਰਾਜ ਸਾਨੂੰ ਦੱਸਦੇ ਹਨ ਕਿ ਗੁਰਮੁਖ ਸਾਨੂੰ ਉਸ ਪੁੱਲ ਦੀ ਤਰ੍ਹਾਂ ਹੈ ਜੋ ਸਾਨੂੰ ਇਸ ਮਨ ਤੋਂ ਉਸ ਹੁਕਮ ਦੇ ਮਨ ਵਿੱਚ ਲੈ ਜਾਏਗਾ, ਜਿੱਥੇ ਹੁਕਮ ਦਾ ਮੈਂ ਇੱਕ ਹਿੱਸਾ ਹਾਂ, ਜਿੱਥੇ ਇਹ ਜੀਵਨ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਚੱਲਦਾ ਹੈ, ਜਿਹਦਾ ਮੈਂ ਪਾਰਟ ਬਣ ਜਾਂਦਾ ਹਾਂ। ਜਿਵੇਂ ਕਿ ਮੈਂ
ਨਹੀਂ ਰਿਹਾ, ਨਿਰੰਕਾਰ ਦੇ ਦਰਸ਼ਨ ਹੀ ਹਨ। ਇਸ ਇਕਾਗਰਤਾ ਵਿੱਚ ਇੱਕ ਹਾਰਮੋਨੀ ਪਲੇ ਕਰਦੀ ਹੈ ਔਰ ਉਸ ਪਲੇ ਵਿੱਚ ਸਦਾ ਇੱਕ ਖੁਸ਼ੀ ਔਰ ਇੱਕ ਆਨੰਦ ਚੱਲਦਾ ਹੈ। ਸੇਤ ਵਿਦਾਤੇ, ਵਿਦਾਤੇ ਤਾਂ ਮਤਲਬ ਨਿਰੰਕਾਰ। ਗੁਰਮੁਖ ਨੂੰ ਅਸੀਂ ਗੁਰਮੁਖ ਪੁਰਸ਼ ਵੀ ਜਾਣ ਸਕਦੇ ਹਾਂ, ਇੱਥੇ ਗੁਰੂ ਵੀ ਜਾਣ ਸਕਦੇ ਹਾਂ, ਗੁਰੂ ਸ਼ਬਦ ਵੀ ਜਾਣ ਸਕਦੇ ਹਾਂ। ਮੇਰਾ ਖਿਆਲ ਤਿੰਨੋਂ ਹੀ ਜਾਣਨਾ ਚਾਹੀਦਾ ਹੈ। ਔਰ ਅਗਰ ਗੁਰੂ ਸ਼ਬਦ ਨੂੰ ਅਸੀਂ ਆਲਿੰਗਨ ਕਰੀਏ ਪ੍ਰੇਮ ਨਾਲ, ਆਪਣੇ ਨੇੜੇ ਰੱਖੀਏ, ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਸ ਬਾਣੀ ਦੀ ਸਿੱਖਿਆ ਹੈ ਉਹ ਸ਼ਾਇਦ ਮਨ ਵਿੱਚ ਉਤਰ ਜਾਏਗੀ। ਕਿਆ ਭਾਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਗੁਰੂ ਸਾਹਿਬ ਇੱਕ ਪਾਸੇ ਨੂੰ ਸਾਨੂੰ, ਇੱਕ ਇਸ਼ਾਰੇ ਨੂੰ ਸਾਨੂੰ ਦੱਸ ਰਹੇ ਹਨ ਕਿ ਜੀਵਨ ਦੇ ਸਾਰੇ ਭੇਦ ਸ਼ਬਦ ਦੇ ਵਿੱਚੋਂ ਮਿਲਣਗੇ। ਸ਼ਬਦ ਦਾ ਸਾਥ ਨਹੀਂ ਛੱਡਣਾ ਹੈ, ਸ਼ਬਦ ਨੂੰ ਸੁਰਤ ਦੇ ਨਾਲ ਰੱਖਣਾ ਹੈ। ਇਹੀ ਪੁੱਲ ਹੈ ਜੀਵਨ ਦਾ। ਜਦ ਮੈਂ ਸ਼ਬਦ ਨੂੰ ਨਾਲ ਲੈ ਕੇ ਚਲਾਂਗਾ, ਮੇਰੇ ਇਸ ਵਿਆਕੁਲ ਮਨ ਦੇ ਥਰੂ ਉਸ ਹੁਕਮ ਵਾਲੇ ਮਨ ਵਿੱਚ ਦਰਸ਼ਨ ਹੋ ਸਕਦੇ ਹਨ। ਮੈਂ ਹੁਕਮ ਵਿੱਚ ਲੀਨ ਹੋ ਕੇ ਇਸ ਮਨ ਨੂੰ ਤਿਆਗ ਦਿੰਦਾ ਹਾਂ। ਇਹ ਪੁੱਲ ਦੀ ਤਰ੍ਹਾਂ ਕੰਮ ਕਰਦਾ ਹੈ, ਕਿਉਂਕਿ ਇਹ ਜਿਹੜਾ ਮੇਰਾ ਮਨ ਹੈ ਇਹ ਡੁਬਾ ਦੇਗਾ ਮੈਨੂੰ। ਇਹ ਅੰਤਤଃ ਸਰੀਰ ਤੱਕ ਹੀ ਮੈਨੂੰ ਸੀਮਤ ਰੱਖੇਗਾ। ਮੈਨੂੰ ਮੇਰੀ ਰਿਐਲਿਟੀ ਦੇ ਦਰਸ਼ਨ ਨਹੀਂ ਕਰਾ ਪਾਏਗਾ। ਮੈਨੂੰ ਇਸ ਉਲਝਣ ਤੋਂ ਪਾਰ ਨਹੀਂ ਲਿਜਾ ਪਾਏਗਾ। ਮੈਨੂੰ ਇਹ ਰੋਜ਼ਮर्रा ਇਸ਼ੂਜ਼ ਤੋਂ ਬਿਯੋਂਡ ਨਹੀਂ ਲਿਜਾ ਪਾਏਗਾ। ਇੱਕ ਵਿਗਨ ਦੀ ਤਰ੍ਹਾਂ ਖੜਾ ਹੈ ਇਹ ਹਉਮੈ ਵਰਗਾ ਮਨ, ਔਰ ਇੱਕ ਸੋਲਿਊਸ਼ਨ ਦੇ ਸਾਹਮਣੇ ਖੜਾ ਹੈ ਹੁਕਮ ਵਾਲਾ ਮਨ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਉਸ ਹੁਕਮ ਵਾਲੇ ਮਨ ਵਿੱਚ ਮੈਂ ਜਾਣਾ ਹੈ ਜਿੱਥੇ ਮੈਂ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਲੀਨ ਹੋ ਜਾਂਦਾ ਹਾਂ, ਸਮਾ ਜਾਂਦਾ ਹਾਂ। ਸਾਹਿਬ ਨੇ ਕਿਹਾ ਹੈ ਇਸ ਬਾਣੀ ਵਿੱਚ, ਸ਼ਬਦ ਨੂੰ ਫੜ ਕੇ ਮੈਂ ਪੁਲੀਆ ਦੀ ਤਰ੍ਹਾਂ ਸ਼ਬਦ ਦਾ ਵਰਤੋਂ ਕਰ ਸਕਦਾ ਹਾਂ। ਮੈਨੂੰ ਪਾਰ ਲੈ ਜਾਏਗੀ ਇਸ ਮਨ ਤੋਂ ਉਸ ਮਨ ਤੱਕ। ਕਈ ਵਿਧੀਆਂ ਨਾਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੀਵਨ ਬਾਰੇ ਦੱਸਿਆ ਹੈ, ਪਰ ਇੱਕ ਗੱਲ ਬਾਰ-ਬਾਰ ਸਾਹਮਣੇ ਆਉਂਦੀ ਹੈ, ਮਨ ਔਰ ਸ਼ਬਦ। ਮਨ ਦੀ ਉਲਝਣਾ, ਮਨ ਦੇ ਵਿਕਾਰ, ਮਨ ਦੇ ਬੰਧਨ ਔਰ ਸ਼ਬਦ ਦੀ ਮੁਕਤੀ। ਇਸ ਬਾਣੀ ਦਾ ਫੰਡਾਮੈਂਟਲ ਥਾਟ ਪ੍ਰੋਸੈਸ ਵੀ ਇਹੀ ਹੈ। ਤਾਂ ਹੀ ਰਹਾਉ ਦੀ ਤੁਕ ਵਿੱਚ ਸਾਹਿਬ ਨੇ ਇਹ ਕਿਹਾ ਹੈ, ਗੁਰਮੁਖ ਕੋਲ ਜਾ ਕੇ ਬੈਠਾਂਗੇ ਤਾਂ ਹੁਕਮ ਵਿੱਚ ਹਜ਼ੂਰੀ ਹੋ ਜਾਏਗੀ ਮਨ ਦੀ, ਔਰ ਮਨਮੁਖ ਵਿੱਚ ਜਾ ਕੇ ਬੈਠਾਂਗੇ ਤਾਂ ਹਉਮੈ ਵਿੱਚ ਹਜ਼ੂਰੀ ਹੋ ਜਾਏਗੀ। ਗੁਰਮੁਖ ਕੋਲ ਬੈਠੇ ਹੋਏ ਜੀਵਨ ਦੇ ਕੁਝ ਹੱਲ ਨਿਕਲ ਜਾਣਗੇ। ਗੁਰੂ ਕੋਲ ਬੈਠੇ ਹੋਏ ਜੀਵਨ ਦੇ ਐਸੇ ਸੋਲਿਊਸ਼ਨ ਮਿਲ ਸਕਦੇ ਹਨ ਜਿਨ੍ਹਾਂ ਤੋਂ ਅਲਟੀਮੇਟ ਸੋਲਿਊਸ਼ਨ ਜੀਵਨ ਦਾ ਮਿਲ ਜਾਂਦਾ ਹੈ। ਸੁਣ ਸਮਾਦ ਇੱਕ ਇਹੋ ਜਿਹਾ ਹੀ ਸ਼ਬਦ ਹੈ। ਸਹਿਜ ਸਾਹਿਬ ਨੇ ਸਾਨੂੰ ਕਈ ਵਾਰ ਸੁਣਾਇਆ ਹੈ, ਜਦੋਂ ਬਿਨਾਂ ਕਰੇ ਉਸ ਹੁਕਮ ਦੀ ਹਜ਼ੂਰੀ ਵਿੱਚ ਮੈਂ ਦਰਸ਼ਨ ਕਰਦਾ ਹਾਂ, ਇੱਕ ਇਹੋ ਜਿਹੀ ਅਵਸਥਾ ਦੇ ਜਿੱਥੇ ਮੈਂ ਸਿਕਿਉਰ ਹਾਂ, ਜਿੱਥੇ ਗੁਰੂ ਔਰ ਗੁਰੂ ਦੀ ਹਜ਼ੂਰੀ ਔਰ ਉਹਦਾ ਹੁਕਮ ਮਨ ਦੇ ਵਿੱਚ ਲੀਨ ਹੈ। ਹੁਣ ਮਨ ਨੂੰ ਚਿੰਤਾ ਨਹੀਂ ਹੈ। ਆਰਡਰ ਦੁਨੀਆ ਦਾ, ਆਰਡਰ ਜੀਵਨ ਦਾ ਸ਼ਬਦ ਤੋਂ ਆਉਂਦਾ ਹੈ। ਇਸ ਆਰਡਰ ਦਾ ਮੈਂ ਹਿੱਸਾ ਹਾਂ। ਅਗਰ ਮੈਂ ਸ਼ਬਦ ਨਾਲ ਜੁੜ ਜਾਵਾਂਗਾ ਤਾਂ ਉਸ ਆਰਡਰ ਦਾ ਮੈਂ ਹਿੱਸਾ ਬਣ ਜਾਵਾਂਗਾ, ਉਸ ਹੁਕਮ ਦਾ ਮੈਂ ਹਿੱਸਾ ਬਣ ਜਾਵਾਂਗਾ। ਸਾਹਿਬ ਇਹ ਸਮਝਾ ਰਹੇ ਹਨ, ਗੁਰਮੁਖ ਬਣ ਦਿਓ,
ਸੇਤ ਵਿਧਾਤੇ, ਵਿਧਾਤੇ ਨੇ ਗੁਰਮੁਖ ਨੂੰ ਪ੍ਰਗਟ ਕੀਤਾ ਹੈ ਇੱਕ ਪੁਲੀਆ ਦੀ ਤਰ੍ਹਾਂ, ਬੰਨਿਆ ਹੈ ਪੁੱਲ ਨੂੰ। ਮਨ ਦੇ ਵਿੱਚ ਸ਼ਬਦ ਦਾ ਪੁੱਲ ਬੰਨਿਆ ਹੋਇਆ ਹੈ। ਆਪ ਨੂੰ ਮੈਂ ਇੱਕ ਆਪਣੀ ਪਰਸਨਲ ਐਕਸਪੀਰੀਅੰਸ ਦੀ ਗੱਲ ਦੱਸਦਾ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਐਕਸਪੀਰੀਅੰਸ ਪਰਸਨਲ ਲੈਵਲ 'ਤੇ ਹੋਏ ਹਨ ਉਹ ਕੁਝ ਹੱਦ ਤੱਕ ਮਾਇਨੇ ਰੱਖਦੇ ਹਨ। ਜਿਨ੍ਹਾਂ ਗੁਰਮੁਖਾਂ ਦੇ ਨਾਲ ਮੈਂ ਜੀਵਨ ਬਿਤਾਇਆ, ਕੁਝ ਸਾਲ ਬਿਤਾਇਆ, ਮੈਨੂੰ ਤਾਂ ਨਹੀਂ ਲੱਗਦਾ ਕੁਝ ਸਾਲ ਬਿਤਾਇਆ, ਮੈਨੂੰ ਤਾਂ ਲੱਗਦਾ ਹੈ ਜੀਵਨ ਹੀ ਬਿਤਾਇਆ। ਇੱਕ ਬੜੀ ਦਰਦਨਾਕ ਅਵਸਥਾ ਵਿੱਚ ਅਸੀਂ ਨਿਕਲੇ, ਐਕਸੀਡੈਂਟ ਹੋ ਗਿਆ ਔਰ ਉਹਦੇ ਵਿੱਚ ਉਹਨਾਂ ਨੂੰ ਚੋਟ ਆਈ। ਪਰ ਉਸ ਦਿਨ ਸ਼ਾਮ ਨੂੰ ਉਹਨਾਂ ਨੇ ਮੇਰੇ ਨਾਲ ਇੱਕ ਬੜੀ ਪਿਆਰੀ ਗੱਲ ਸ਼ੇਅਰ ਕੀਤੀ। ਹਸਪਤਾਲ ਦੇ ਮੰਜੇ ਵਿੱਚ ਉਹ ਬੈਠੇ ਸਨ ਤਾਂ ਉਹਨਾਂ ਨੇ ਕਿਹਾ, ਵੀਰ ਅੱਜ ਮੇਰੇ ਕੋਲ ਮਨ ਵਿੱਚ ਸ਼ਬਦ ਕੁਝ ਹੋਰ ਚੱਲ ਪਿਆ ਹੈ। ਮੈਂ ਨਹੀਂ ਕਿਛ ਹਾਉ ਨਹੀਂ, ਕਿਛ ਆਏ ਨਾ ਮੋਰਾ। ਇਹ ਸ਼ਬਦ ਮਨ ਵਿੱਚ ਚੱਲ ਪਿਆ ਹੈ। ਇਹ ਸ਼ਬਦ ਹੀ ਜੀਵਨ ਨੂੰ ਘੜਦਾ ਹੈ, ਸ਼ਬਦ ਹੀ ਜੀਵਨ ਨੂੰ ਬਣਾਉਂਦਾ ਹੈ। ਇਹ ਤੁਰੀ ਅਵਸਥਾ ਦੀ ਨਿਸ਼ਾਨੀ ਹੈ। ਉਸ ਤੋਂ ਕਈ ਸਾਲ ਬਾਅਦ ਉਹ ਰਹੇ, ਸਰੀਰ ਤਾਂ ਰਿਹਾ, ਪਰ ਮਾਨਸਿਕ ਅਵਸਥਾ ਉਹਨਾਂ ਦੀ ਹਜ਼ੂਰੀ ਵਾਲੀ ਨਹੀਂ ਸੀ ਔਰ ਫਿਜ਼ੀਕਲ ਲੈਵਲ 'ਤੇ ਕਈ ਸਾਲ ਸੀਗੀ, ਪਰ ਮਾਨਸਿਕ ਲੈਵਲ 'ਤੇ ਨਹੀਂ ਸੀ। ਇੱਕ ਤਰ੍ਹਾਂ ਦਾ ਡਿਸਕਨੈਕਟ ਜਿਹਾ ਹੋ ਗਿਆ ਸੀ ਜੀਵਨ ਤੋਂ। ਮੈਂ ਕਈ ਵਾਰ ਇਸ ਚੀਜ਼ ਨੂੰ ਬੜਾ ਵਿਚਾਰਿਆ, ਜਿਸ ਤਰ੍ਹਾਂ ਕਿ ਸਰੀਰ ਰੂਪੀ ਭਾਂਡਾ ਜਿਹੜਾ ਹੈ ਉਹ ਗਲਦਾ ਜਾ ਰਿਹਾ ਹੋਏ ਔਰ ਉਹ ਹੁਣ ਸਰੀਰ ਸੁਰਤ ਔਰ ਮਨ ਨੂੰ ਸੰਭਾਲਣ ਜੋਗਾ ਨਾ ਰਹਿ ਰਿਹਾ ਹੋਏ, ਉਹ ਨਿਸ਼ਾਨੀਆਂ ਦਿਖਦੀਆਂ ਹੋਣ। ਜਿਵੇਂ ਕਿ ਕੋਈ ਜੀਵਨ ਦਾ ਸਾਗਰ ਦਾ ਇੱਕ ਤੱਟ ਛੱਡ ਰਿਹਾ ਹੋਏ ਤਾਂ ਹੌਲੇ ਹੌਲੇ ਉਸ ਤੱਟ ਦੇ ਦਰਸ਼ਨ ਹਟਦੇ ਜਾਣ। ਕੁਝ ਇਸ ਤਰ੍ਹਾਂ ਹੀ ਲੱਗਦਾ ਹੈ ਮੈਨੂੰ। ਪਰ ਇਹ ਗੱਲ ਉਹਨਾਂ ਨੇ ਐਕਸੀਡੈਂਟ ਦੇ ਟਾਈਮ ਹੀ ਮੈਨੂੰ ਕਹਿਤੀ ਕਿ ਇਹ ਸ਼ਬਦ ਮੇਰਾ ਚੱਲ ਪਿਆ ਹੈ। ਪਿਆਰ ਨਾਲ ਕਹੀ, ਖੁਸ਼ੀ ਨਾਲ ਕਹੀ, ਪਰ ਇੱਕ ਨਿਸ਼ਾਨੀ ਮੈਨੂੰ ਸਮਝ ਆਈ ਜੀਵਨ ਦੀ ਕਿ ਇਹ ਜਿਹੜਾ ਸ਼ਬਦ ਹੈ ਇਹ ਨਿਰੰਤਰ ਸਾਡੇ ਮਨ ਵਿੱਚ ਚੱਲਦਾ ਹੈ। ਇਸ ਨੂੰ ਅਸੀਂ ਰਸਤਾ ਦੇਈਏ, ਆਪਣੇ ਮਨ ਨਾਲ ਜੋੜੀਏ, ਇਹ ਘੜ ਦੇਗਾ ਸਾਡੇ ਮਨ ਨੂੰ, ਜਿਸ ਨੂੰ ਅਸੀਂ ਸਹਿਜ ਕਹਿੰਦੇ ਹਾਂ। ਕੰਮ ਕਰਦੇ ਕਰਦੇ ਸਾਡਾ ਧਿਆਨ ਕਿਸੇ ਕੰਮ ਵਿੱਚ ਹੈ, ਮੈਨੂੰ ਲੱਗਦਾ ਅਗਰ ਉਹ ਹਟ ਜਾਏ ਇਹਨਾਂ ਗੁਰਮੁਖਾਂ ਦੇ ਵਿੱਚ, ਫਿਰ ਉਹ ਸ਼ਬਦ ਚੱਲ ਪੈਂਦਾ ਹੈ। ਕੁਝ ਦੇਰ ਲਈ ਇਕਾਂਤ ਮਿਲਿਆ, ਸ਼ਬਦ ਚੱਲ ਪਿਆ ਔਰ ਨਿਰੰਤਰ ਸ਼ਬਦ ਪਿੱਛੇ ਚੱਲਦਾ ਹੀ ਰਹਿੰਦਾ ਹੈ। कड़िए शब्द सच्ची टकसाल, जिनको नदर करम तिनकार। ਇਹ ਇਤਨੀ ਉੱਤਮ ਬਾਣੀ ਅਸੀਂ ਵਿਚਾਰਦੇ ਹਾਂ ਸਾਂਝੇ ਹੋ ਕੇ। ਮੈਂ ਆਸ ਰੱਖਦਾ ਹਾਂ ਕਿ ਅਸੀਂ ਸਾਰੇ ਇਸ ਨੂੰ ਇੱਕ ਹੋਮਵਰਕ ਬਣਾ ਲਈਏ ਗੁਰੂ ਨਾਨਕ ਦੇ ਘਰ ਦਾ, ਕਿ ਸ਼ਬਦ ਦੇ ਵਿੱਚ ਲੀਨ ਹੋਏ ਬਿਨਾਂ ਦਿਨ ਨਾ ਆਰੰਭ ਕਰੀਏ। ਕੋਈ ਵੀ ਸ਼ਬਦ ਸਾਂਝਾ ਇਸ ਤਰ੍ਹਾਂ ਕਰ ਲਈਏ, ਉਹ ਮੂਲ ਮੰਤਰ ਹੀ ਕਿਉਂ ਨਾ ਹੋਏ, ਜਿਹੜਾ ਮਨ ਦੇ ਰੂਪ ਵਿੱਚ ਉਤਾਰ ਦਈਏ, ਉਹਨੂੰ ਮੌਕਾ ਦਈਏ ਕਿ ਉਹ ਮਨ ਨੂੰ ਕੱਢਦਾ ਰਹੇ। ਔਰ ਫਿਰ ਮੈਨੂੰ ਲੱਗਦਾ ਹੈ ਕਿ ਹੌਲੇ ਹੌਲੇ ਇਹ ਸੰਸਕਾਰ ਪੁਰਾਣੇ ਕੱਟਦੇ ਜਾਣਗੇ ਔਰ ਮਨ ਇੱਕ ਨਿਰਮਲ ਅਵਸਥਾ ਵੱਲ ਟੁਰ ਪਏਗਾ। ਇਹ ਕਿਸੇ ਨੂੰ ਨਹੀਂ ਪਤਾ ਸਾਡੇ ਪਿਛਲੇ ਸੰਸਕਾਰ ਕੀ ਨੇ, ਕਿਤਨੀ ਲੰਬੀ ਸਾਡੀ ਜਰਨੀ ਹੈ। ਬਾਣੀ ਸਾਨੂੰ ਇਹੀ ਕਹਿ ਰਹੀ ਹੈ, ਇਹ ਮਾਰਗ ਕੇ ਗਨੇ ਜਾਏ ਨਾ ਕੋਸਾ,
ਇਹ ਕੋਹਾਂ ਵਿੱਚ ਨਹੀਂ ਗਿਣਿਆ ਜਾ ਸਕਦਾ। ਕਿਤਨਾ ਸਮਾਂ, ਕਦੋਂ, ਕਿੱਥੇ। ਹੋ ਸਕਦਾ ਹੈ ਪ੍ਰਸ਼ਨ ਹੀ ਗਲਤ ਹੋਏ। ਮੈਂ ਸ਼ਬਦ ਵਿੱਚ ਲੀਨ ਹੋ ਗਿਆ, ਮੈਂ ਤਾਂ ਪਹੁੰਚ ਗਿਆ, ਹੋਰ ਕਿੱਧਰ ਜਾਣਾ ਹੈ। ਹਾਂ, ਐਕਸਪੀਰੀਐਂਸਿਸ ਨਾਲ ਸ਼ਾਇਦ ਚੱਲਦੇ ਹੋਣ, ਮੈਨੂੰ ਕੋਈ ਨਹੀਂ ਹੁੰਦੇ, ਪਰ ਗੁਰਮੁਖਾਂ ਨੂੰ ਹੋਏ ਸਨ। ਕੁਝ ਉਹਨਾਂ ਨੇ ਮੈਨੂੰ ਦੱਸੇ, ਕੁਝ ਮੈਨੂੰ ਆਪ ਦਿਖੇ। ਪਰ ਗੱਲ ਉਹਨਾਂ ਐਕਸਪੀਰੀਐਂਸਿਸ ਦੀ ਨਹੀਂ ਹੈ, ਗੱਲ ਸ਼ਬਦ ਨੂੰ ਮਨ ਨਾਲ ਜੋੜਨ ਦੀ ਹੈ ਸਾਰੀ। ਗੱਲ ਨਾਮ ਔਰ ਮਨ ਦੇ ਅਭਿਆਸ ਦੀ ਹੈ। ਅਗਰ ਮੈਨੂੰ ਇਹ ਗੱਲ ਸਮਝ ਆ ਗਈ ਤਾਂ ਸ਼ਾਇਦ ਮੈਨੂੰ ਸਾਰੇ ਹੱਲ ਨਿਕਲ ਆਉਣਗੇ। ਮੇਰੀ ਮੇਡ ਵੀ ਸ਼ਾਇਦ ਫਿਰ ਟਾਈਮ ਸਿਰ ਆ ਜਾਏਗੀ। ਪਰ ਅਗਰ ਨਹੀਂ ਆਏ ਤਾਂ ਸਭ ਕੁਝ ਠੀਕ ਹੁੰਦਾ ਹੋਇਆ ਵੀ ਇਹ ਪੁੱਲ ਕੰਮ ਨਹੀਂ ਆਏਗਾ। ਮੈਂ ਇਸ ਜੀਵਨ ਦੇ ਨਾਲ ਹੀ ਡੁੱਬ ਜਾਵਾਂਗਾ। ਮੈਨੂੰ ਜੀਵਨ ਦੇ ਹੱਲ ਨਹੀਂ ਮਿਲਣਗੇ। ਇੱਕ ਆਵਾਗਮਨ ਦੇ ਵਿੱਚ ਬਹਿ ਜਾਵਾਂਗਾ। ਕਿੱਥੇ ਜਾਵਾਂਗਾ, ਕੀ ਹੋਏਗਾ, ਉਹ ਮੈਟਰ ਨਹੀਂ ਕਰਦਾ, ਕਿਉਂਕਿ ਕੌਨਸਟੈਂਟ ਚੇਂਜ ਵਿੱਚ ਮੈਂ ਹੁਣ ਘੁੰਮਦਾ ਜਾ ਰਿਹਾ ਹਾਂ, ਕਦੇ ਚੰਗਾ ਕਦੇ ਮਾੜਾ। ਜਦ ਕੌਨਸਟੈਂਟ ਚੇਂਜ ਆਰਡਰ ਆਫ ਦ ਡੇ ਹੋਏ ਤਾਂ ਸਟੈਬਿਲਿਟੀ ਨਹੀਂ ਹੈ। ਹਰ ਅਵਸਥਾ ਤੋਂ ਫਿਰ ਨਿਕਲਣਾ ਪਏਗਾ, ਕਿਸੇ ਤੋਂ ਵੀ ਨਹੀਂ ਫ੍ਰੀ ਹੋ ਸਕਦੇ। ਜੀਵਨ ਦੇ ਵਿੱਚ ਸ਼ਬਦ ਔਰ ਨਾਮ ਇੱਕ ਪੁਲੀਆ ਹੈ, ਜਿਹਦੇ ਵਿੱਚ ਗੁਰਮੁਖ ਆਪਣੇ ਆਪ ਨੂੰ ਉਧਾਰ ਲੈਂਦਾ ਹੈ। ਸਾਹਿਬ ਨੇ ਇਸ ਪਹਿਲੀ ਪੰਕਤੀ ਵਿੱਚ ਇਹ ਚੋਟ ਸਾਡੇ ਮਨ ਨੂੰ ਮਾਰੀ ਹੈ। ਜੇ ਅਸੀਂ ਇਹਨੂੰ ਪੂਰੀ ਤਰ੍ਹਾਂ ਆਪਣੇ ਮਨ ਦੇ ਤਹਿ ਤੇ ਵਜਾ ਦਈਏ, ਐਰਨ ਮਤ ਵੇਦ ਹਥਿਆਰ ਵਾਲੀ ਗੱਲ ਬਣ ਜਾਏਗੀ। ਫਿਰ ਮੈਨੂੰ ਲੱਗਦਾ ਹੈ ਅਸੀਂ ਕਹਿ ਸਕਾਂਗੇ ਕਿ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ। ਗੁਰੂ ਤਾਂ ਹੀ ਮੰਨਾਂਗੇ ਨਾ ਜਦ ਉਹਨਾਂ ਦੀ ਗੱਲ ਨੂੰ ਮਨ ਵਿੱਚ ਮੰਨਾਂਗੇ। ਸੁਣੀ ਨੂੰ ਅਣਸੁਣੀ ਕਰਨ ਵਾਲੇ ਸਿੱਖ ਕਿਵੇਂ ਹੋ ਸਕਦੇ ਹਨ? ਔਰ ਅਗਰ ਮੇਰੇ ਜੀਵਨ ਦੀ ਸਰਚ ਅਧਿਆਤਮਕ ਹੈ, ਸਪਿਰਿਚੁਅਲ ਹੈ, ਔਰ ਮੈਂ ਜੀਵਨ ਦੀ ਸਪਿਰਿਚੁਅਲਿਟੀ ਦੇ ਸਿਖਰ ਤੇ ਜਾਣਾ ਚਾਹੁੰਦਾ ਹਾਂ, ਤਾਂ ਦਿਸ ਇਜ਼ ਦ ਡੋਰ। ਇਹੀ ਪੁੱਲ ਹੈ, ਹੋਰ ਕੋਈ ਨਹੀਂ ਹੈ। ਮੈਨੂੰ ਅਨੇਕਾਂ ਸਟੇਜਾਂ ਤੇ ਸਪੀਚਾਂ ਦੇਣ ਦਾ ਮੌਕਾ ਮਿਲ ਸਕਦਾ ਹੈ। ਮੈਨੂੰ ਅਨੇਕਾਂ ਹੀ ਕਰੋੜਾਂ ਰੁਪਇਆਂ ਦਾ ਕਾਰੋਬਾਰ ਮਿਲ ਸਕਦਾ ਹੈ। ਮੈਨੂੰ ਬਹੁਤ ਵੱਡਾ ਪਰਿਵਾਰ ਮਿਲ ਸਕਦਾ ਹੈ। ਪਰ ਇਹ ਸਭ ਉਲਝਣਾ ਵਧਾਉਣਗੇ, ਘਟਾਉਣਗੇ ਨਹੀਂ। ਹਾਂ, ਨਾਮ ਮਿਲ ਜਾਏ ਤਾਂ ਸਭ ਕੁਝ ਮਿਲ ਜਾਏ। ਫਿਰ ਇਹਨਾਂ ਦਾ ਹੋਣਾ ਨਾ ਹੋਣਾ ਸ਼ਾਇਦ ਇੱਕ ਹੁਕਮ ਦੀ ਤਰ੍ਹਾਂ ਹੈ। ਮੈਂ ਉਸ ਹੁਕਮ ਦੇ ਵਿੱਚ ਹੀ ਖੇਡਦਾ ਹਾਂ। ਇਹ ਪਰਸਨਲ ਲੈਵਲ ਤੇ ਮੈਨੂੰ ਬਹੁਤ ਮੈਟਰ ਕਰਦਾ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਕਈ ਵਾਰ ਪੁੱਛਿਆ, ਜਦੋਂ ਮੈਂ ਗੁਰਮੁਖਾਂ ਕੋਲ ਗਿਆ ਸੀ, ਮੈਨੂੰ ਕੋਈ ਆਸ ਨਹੀਂ ਸੀ ਮੈਂ ਵਾਪਸ ਕਦੇ ਆਵਾਂਗਾ। ਔਰ ਦਰਅਸਲ ਆਣਾ ਵਾਪਸ ਇਸ ਸ਼ਹਿਰ ਵਿੱਚ ਜ਼ਿਆਦਾ ਦੁਖਦਾਈ ਸੀ ਜਾਣ ਤੋਂ। ਪਰ ਹੁਕਮ ਦੇ ਕਰਦੇ ਮੇਰੇ ਹੱਥ ਤੋਂ ਸੋਲਿਊਸ਼ਨਸ ਨਿਕਲ ਗਏ ਸਨ। ਇਸ ਤਰ੍ਹਾਂ ਜੀਵਨ ਬਹਿ ਜਾਂਦਾ ਹੈ। ਮੈਨੂੰ ਇਹ ਵੀ ਗੱਲ ਯਾਦ ਹੈ ਕਿ ਇੱਕ ਦਿਨ ਜਦੋਂ ਨਿਕਲਦੇ ਹੋਏ ਗੁਰਮੁਖਾਂ ਨੇ ਮੈਨੂੰ ਕਿਹਾ, ਤੂੰ ਇਹ ਸ਼ਬਦ ਦਾ ਅਭਿਆਸ ਕਰਦੇ ਰਿਹਾ ਕਰ। ਮੇਰੇ ਤੋਂ ਇਤਨਾ ਹੋਇਆ ਵੀ ਨਹੀਂ, ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ ਹਾਂ। ਗੁਰਮੁਖ ਨੂੰ ਤਾਂ ਹੀ ਜਾਣ ਸਕਦੇ ਹਾਂ ਜਿਹੜਾ ਸ਼ਬਦ ਨਾਲ ਜੋੜਦਾ ਹੈ। ਜਿਹੜਾ ਆਪਣੇ ਆਪ ਨਾਲ ਜੋੜੇ ਉਹਨੂੰ ਕਦੇ ਵੀ ਗੁਰਮੁਖ ਨਹੀਂ ਜਾਣ ਸਕਦੇ। ਸਰਬੱਤ ਦਾ ਭਲਾ ਔਰ ਮਨ ਦੇ ਉਧਾਰ ਵਾਸਤੇ ਅਗਰ ਸ਼ਬਦ ਨਾਲ ਨਾ ਜੋੜੇ
ਤਾਂ ਮਨ ਦੇ ਸੋਲਿਊਸ਼ਨਸ ਨਹੀਂ ਦੇ ਰਿਹਾ ਸਾਨੂੰ। ਇਹ ਜੀਵਨ ਲੱਗਦਾ ਕੰਪਲਿਕੇਟਡ ਹੈ, ਪਰ ਸ਼ਾਇਦ ਇਤਨਾ ਹੈ ਨਹੀਂ। ਮਨ ਦੀ ਤਹਿ 'ਤੇ ਅਸੀਂ ਇਕਾਗਰ ਨਹੀਂ ਹਾਂ, ਇਸ ਕਰਕੇ ਜੀਵਨ ਬਹੁਤ ਉਲਝਣ ਵਾਲਾ ਦਿਖਦਾ ਹੈ। ਪਰ ਮੌਤ ਦੇ ਆਉਂਦੇ ਹੀ ਸਭ ਸਿੰਪਲ ਹੋ ਜਾਂਦਾ ਹੈ। ਇੱਕ ਬਿੰਦੂ ਲੱਗਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ। ਜਿਸ ਨੂੰ ਅਸੀਂ ਸੋਚਿਆ ਜੀਵਨ ਹੈ, ਉਹ ਇੱਕ ਫੁੱਲ ਸਟਾਪ ਦੀ ਤਰ੍ਹਾਂ ਇੱਕ ਬਿੰਦੂ ਬਣ ਕੇ ਰਹਿ ਜਾਂਦਾ ਹੈ, ਔਰ ਪਿੱਛੇ ਸਿਰਫ ਸੈਪਰੇਸ਼ਨਸ ਦੀ ਅਧੂਰੀ ਕਹਾਣੀਆਂ ਸਾਡੇ ਮਨ ਵਿੱਚ ਛੱਡ ਜਾਂਦਾ ਹੈ, ਜਿਨ੍ਹਾਂ ਨੂੰ ਪੂਰੇ ਕਰਨ ਵਿੱਚ ਅਸੀਂ ਆਪਣੇ ਕਰਮਾਂ ਵਿੱਚ ਲੱਗ ਜਾਂਦੇ ਹਾਂ। ਕੋਈ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਲੀਡਰ ਜਾਣੇ, ਕੋਈ ਆਪਣੇ ਆਪ ਨੂੰ ਕਿਸੇ ਧਰਮ ਦਾ ਗਿਆਤਾ ਜਾਣੇ, ਕੋਈ ਆਪਣੇ ਆਪ ਨੂੰ ਬਹੁਤ ਵੱਡੇ ਕਾਰੋਬਾਰ ਦਾ ਮਾਲਕ ਜਾਣੇ। ਸਭ ਅਧੂਰੀ ਕਹਾਣੀਆਂ ਹਨ। ਜੋ ਕਮਾਏਗਾ ਉਹੀ ਖਾਏਗਾ, ਔਰ ਇਸ ਅਧੂਰੀ ਕਹਾਣੀ ਨੂੰ ਪੂਰੇ ਕਰਨ ਵਿੱਚ ਨਿਕਲ ਜਾਏਗਾ, ਡੁੱਬ ਜਾਏਗਾ। ਸਰੀਰ ਨੂੰ ਪਰੇ ਜਾਣ ਦੀ ਇੱਕ ਵਿਧੀ ਸ਼ਬਦ ਦੀ ਹਜ਼ੂਰੀ ਹੈ, ਸ਼ਬਦ ਦਾ ਅਭਿਆਸ ਹੈ, ਔਰ ਸ਼ਬਦ ਨਾਲ ਪ੍ਰੇਮ ਹੈ। ਸਾਹਿਬ ਦੀ ਇਹ ਪਹਿਲੀ ਪੰਕਤੀ ਇਹ ਨਿਰਾਲੀ ਜੀ ਗੱਲ ਸਾਨੂੰ ਸਮਝਾਉਂਦੀ ਹੈ ਕਿ ਸ਼ਬਦ ਸਾਨੂੰ ਹੁਕਮ ਦੇ ਮਨ ਵਿੱਚ ਲਿਜਾ ਸਕਦਾ ਹੈ, ਹੁਕਮ ਨਾਲ ਜੋੜ ਸਕਦਾ ਹੈ, ਸਾਨੂੰ ਸਾਡੇ ਸੋਲਿਊਸ਼ਨਸ ਦੇ ਸਕਦਾ ਹੈ। ਜੀਵਨ ਵਿੱਚ ਜੀਂਦੇ ਹੋਏ ਸਾਡਾ ਮੁੱਖ, ਸਾਡਾ ਮਨ ਦੀ ਐਨਰਜੀ ਸ਼ਬਦ ਨੂੰ ਕਮਿਟਡ ਹੋਣੀ ਚਾਹੀਦੀ ਹੈ। ਜੀਵਨ ਨੂੰ ਸੌਖਾ ਕਰਨ ਦਾ ਇੱਕ ਤਰੀਕਾ ਸ਼ਬਦ ਦੀ ਹਜ਼ੂਰੀ ਔਰ ਸ਼ਬਦ ਦਾ ਅਭਿਆਸ ਹੈ। ਇਹਦੇ ਵਿੱਚ ਸ਼ਬਦ ਦਾ ਵਿਚਾਰ ਔਰ ਸ਼ਬਦ ਦਾ ਧਿਆਨ ਦੋਨੋਂ ਹੀ ਮੈਂ ਇਸ ਤਰ੍ਹਾਂ ਗਿਣਦਾ ਹਾਂ। ਇਸ ਪਦੇ ਵਿੱਚ ਸਾਹਿਬ ਨੇ ਇੱਕ ਸਿਮਲੀ ਵਰਤੀ ਹੈ, ਰੂਪਕ ਅਲੰਕਾਰ। ਰਾਮ ਚੰਦਰ ਜੀ ਦੇ ਜੀਵਨ ਦੀ ਕਥਾ ਦੀ ਗੱਲ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਕੀ ਹੈ। ਉਹਨੂੰ ਵਰਤ ਕੇ ਸਾਡਾ ਮਨ ਸਾਨੂੰ ਸਮਝਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ। ਲੰਕਾ ਲੂਟੀ, ਦੈਤ ਸੰਤਾਪੇ, ਰਾਮ ਚੰਦਰ ਮਾਰਿਓ ਇਹ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੰਕਾ ਰਾਵਣ ਨੂੰ ਜਾ ਕੇ ਮਾਰਿਆ, ਕਿਉਂਕਿ ਰਾਵਣ ਦੇ ਭਰਾ ਵਿਭੀਖਣ ਨੇ ਰਾਮ ਨੂੰ ਉਹਦਾ ਭੇਦ ਦੱਸ ਦਿੱਤਾ। ਭੇਦ ਉਹਦਾ ਇਹ ਸੀ ਕਿ ਰਾਵਣ ਦੀ ਨਾਭੀ ਵਿੱਚ ਅੰਮ੍ਰਿਤ ਵਸਦਾ ਸੀ। ਹੋਰ ਕਿਧਰੇ ਵੀ ਉਹਦੇ ਸਿਰ ਵੀ ਕੱਟਦੇ ਰਹੋਗੇ, ਰਾਵਣ ਮਰਦਾ ਨਹੀਂ ਹੈ, ਪਰ ਉਹਦੇ ਨਾਭੀ ਵਿੱਚ ਜਿਹੜਾ ਅੰਮ੍ਰਿਤ ਹੈ, ਵਿਭੀਖਣ ਨੇ ਕਿਹਾ ਅਗਰ ਉਸ ਨੂੰ ਤੁਸੀਂ ਉੱਥੇ ਤੁਸੀਂ ਮਾਰੋਗੇ ਤੀਰ ਤਾਂ ਮਰ ਜਾਏਗਾ। ਇਹ ਭੇਦ ਰਾਮ ਨੂੰ ਨਾ ਪਤਾ ਹੁੰਦਾ ਤਾਂ ਸ਼ਾਇਦ ਰਾਮ ਕਦੇ ਵੀ ਰਾਵਣ ਨੂੰ ਨਾ ਮਾਰ ਪਾਉਂਦਾ। ਇਹ ਪ੍ਰਚਲਿਤ ਕਥਾ ਹੈ, ਹਿੰਦੂ ਧਰਮ ਦੀ ਮੰਨੀ ਹੋਈ ਕਥਾ ਹੈ, ਸਾਰੇ ਜਾਣਦੇ ਹਨ। ਸਾਹਿਬ ਨੇ ਇੱਥੇ ਲੰਕਾ ਦੀ ਗੱਲ ਚਲਾਈ ਹੈ, ਔਰ ਉੱਥੇ ਵੀ ਇੱਕ ਪੁਲ ਦੀ ਗੱਲ ਚੱਲਦੀ ਹੈ, ਜਿੱਥੇ ਪੱਥਰਾਂ ਦਾ ਇੱਕ ਪੁਲ ਬਣਿਆ ਪਾਰ ਜਾਣ ਲਈ। ਤਾਂ ਰਾਮ ਔਰ ਰਾਵਣ ਇਹ ਮੇਰੇ ਮਨ ਦੀ ਦੋ ਅਵਸਥਾ ਹਨ। ਜਿੱਥੇ ਹੁਕਮ ਵਾਲਾ ਮਨ ਹਜ਼ੂਰੀ ਵਿੱਚ, ਸ਼ਬਦ ਦੀ ਹਜ਼ੂਰੀ ਵਿੱਚ ਮਨ ਹਉਮੈ ਵਾਲੇ ਮਨ ਨੂੰ ਮਾਰ ਦਿੰਦਾ ਹੈ। ਲੰਕਾ ਲੂਟੀ, ਦੈਤ ਸੰਤਾਪੇ। ਇਹ ਦੈਤ ਕੌਣ ਹਨ? ਜਿਨ੍ਹਾਂ 'ਚ ਹੰਕਾਰ ਹੈ। ਉਹਨਾਂ ਨੂੰ ਸੰਤਾਪ ਦਿੱਤਾ, ਦੁੱਖ ਦਿੱਤਾ, ਪੀੜਿਤ ਕੀਤਾ, ਲੁੱਟ ਲਈ, ਜਿੱਤ ਲਈ ਲੰਕਾ। ਲੰਕਾ ਉਹ ਹੈ ਜਿੱਥੇ ਰਾਵਣ ਵਸਦਾ ਹੈ, ਜਿੱਥੇ ਮੇਰਾ ਹਉਮੈ ਵਾਲਾ ਮਨ ਵਸਦਾ ਹੈ। ਰਾਮ ਚੰਦਰ ਮਾਰਿਓ ਇਹ ਰਾਵਣ, ਰਾਵਣ ਨੂੰ ਔਰ ਇਹ ਨੂੰ
ਮਾਰ ਦਿੱਤਾ। ਇਹ ਕੌਣ ਹੈ? ਹੰਕਾਰ। ਇਹ ਰਾਮਚੰਦਰ ਮਾਰਿਓ ਇਹ ਰਾਵਣ। ਹੰਕਾਰੀ ਰਾਵਣ ਨੂੰ ਰਾਮਚੰਦਰ ਨੇ ਮਾਰ ਲਿਆ। ਕਿਵੇਂ ਮਾਰਿਆ? ਭੇਦ ਮਿਲ ਗਿਆ ਜਦੋਂ ਗੁਰਮੁਖ ਤੋਂ। ਭੇਦ ਵਿਭੀਖਣ ਗੁਰਮੁਖ ਪਰਚਾਇਣ। ਸ਼ਬਦ ਹਜ਼ੂਰੀ ਦੀ, ਸ਼ਬਦ ਦਾ ਭੇਦ ਮਿਲ ਗਿਆ। ਸਾਰੀ ਗੁਰੂ ਗ੍ਰੰਥ ਸਾਹਿਬ ਮੈਂ ਪੜ੍ਹ ਲਈ, ਪਰ ਸ਼ਬਦ ਦੀ ਹਜ਼ੂਰੀ ਨਾ ਮੈਂ ਜਾਣੀ, ਤਾਂ ਕੁਛ ਚੀਜ਼ ਤੋਂ ਮੈਂ ਚੁੱਕ ਗਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਦੇ ਹਾਂ ਤਾਂ ਮਨ ਇੱਕ ਤਰ੍ਹਾਂ ਨਾਲ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਮੈਂ ਉੱਥੇ ਰਿਹਾ ਗੁਰਮੁਖਾਂ ਨਾਲ, ਉੱਥੇ ਲੜੀਵਾਰ ਕੀ ਚੱਲਦੇ ਸੀ, ਪਾਠ ਚੱਲਦੇ ਸੀ, ਔਰ ਰਾਤ ਨੂੰ ਕਈ ਵਾਰ ਜਾ ਕੇ ਰੌਲ ਲਗਾ ਲੈਣੀ ਆਪਣੀ। 1-1.5 ਘੰਟੇ ਅਗਰ ਅਭਿਆਸ ਸ਼ਬਦ ਦਾ ਕੀਤਾ ਤਾਂ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਵੈਖਰੀ ਬਾਣੀ ਵਿੱਚ ਚਾਹੇ ਹੋਏ ਜਾਂ ਨਾ ਵੀ ਹੋਏ, ਜਿਵੇਂ ਸ਼ਬਦ ਅੰਦਰ ਜਗ ਗਿਆ ਹੋਏ, ਉੱਪਰੋਂ ਸ਼ਬਦ ਪਾ ਕੇ ਅੰਤਰ ਮਨ ਦਾ ਸ਼ਬਦ ਜਗਾ ਲਿਆ ਹੋਏ, ਇਸ ਤਰ੍ਹਾਂ ਦਾ ਕੁਝ ਲੱਗਦਾ ਹੈ। ਅਸੀਂ ਆਪਣੇ ਜੀਵਨ ਦੇ ਸੋਲਿਊਸ਼ਨਸ ਲੱਭਦੇ ਹਾਂ, ਚਾਹੇ ਉਹ ਫਿਜ਼ੀਕਲ ਪਲੇਨ ਦੇ ਹੋਣ, ਚਾਹੇ ਉਹ ਸਪਿਰਿਚੁਅਲ ਹੋਣ। ਸ਼ਬਦ ਵੱਲ ਮੁੱਖ ਕਰਕੇ, ਸ਼ਬਦ ਨੂੰ ਮਨ ਵਿੱਚ ਜਾਣ ਕੇ, ਇਹ ਦੋਨਾਂ 'ਤੇ ਇੰਪੈਕਟ ਹੋ ਜਾਂਦਾ ਹੈ, ਮੈਨੂੰ ਇਹ ਲੱਗਦਾ ਹੈ। ਤਾਂ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਰਾਮਚੰਦਰ ਮਾਰਿਓ ਇਹ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ। ਗੁਰਮੁਖ ਨੇ ਪਰਚਾਤਾ, ਸਾਨੂੰ ਗਿਆਨ ਦੇ ਦਿੱਤਾ, ਸ਼ਬਦ ਗੁਰੂ ਨੇ ਗਿਆਨ ਦੇ ਦਿੱਤਾ, ਭੇਦ ਦੇ ਦਿੱਤਾ ਜੀਵਨ ਦਾ, ਸੀਕ੍ਰੇਟ ਆਫ ਲਾਈਫ। ਸਾਨੂੰ ਉਸ ਨਿਰੰਕਾਰ ਰੂਪੀ ਸ਼ਬਦ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਜ਼ਾਹਿਰ ਰਸਤੇ ਤੋਂ ਜੋੜ ਦਿੱਤਾ। ਅਧਿਆਤਮ ਕਮਾਉਣ ਦਾ ਇੱਕ ਤਰੀਕਾ ਹੈ, ਹੁਕਮ ਵਿੱਚ ਲੀਨ ਹੋਣ ਦਾ ਇੱਕ ਤਰੀਕਾ ਹੈ। ਬੜਾ ਪਿਆਰਾ ਸ਼ਬਦ ਹੈ ਹੁਕਮ। ਮਾਲਕ ਹੁਕਮ ਕਰਦਾ ਹੈ, ਔਰ ਜੋ ਮਾਲਕ ਹੁਕਮ ਕਰਦਾ ਹੈ, ਅਗਰ ਸੇਵਾਦਾਰ ਉਸ ਹੁਕਮ ਨੂੰ ਮੰਨ ਲਏ ਤਾਂ ਉਹ ਮਾਲਕ ਦਾ ਰੂਪ ਹੋ ਜਾਂਦਾ ਹੈ, ਉਹ ਮਾਲਕ ਦਾ ਹੀ ਰੂਪ ਹੋ ਜਾਂਦਾ ਹੈ। ਗੇਟ ਤੇ ਖੜਾ ਦਰਬਾਨ ਮਾਲਕ ਦਾ ਹੀ ਰੂਪ ਹੈ, ਉਸ ਦੇ ਹੁਕਮ ਵਿੱਚ ਹੈ, ਔਰ ਉੱਥੋਂ ਅਗਰ ਉਹ ਗੈਰ ਹਾਜ਼ਰ ਹੈ ਤਾਂ ਫਿਰ ਉਹ ਮਾਲਕ ਦਾ ਰੂਪ ਨਹੀਂ ਹੈ। ਮਨ ਹੋਰ ਮੁਖ ਹੋਰ। ਸਾਹਿਬ ਨੇ ਰਾਮਚੰਦਰ ਦੀ ਕਥਾ ਸੁਣਾ ਕੇ ਸਾਨੂੰ ਆਪਣੇ ਮਨ ਦੇ ਬਾਰੇ ਦੱਸਣ ਦੀ ਵਿਧੀ ਦੱਸੀ ਹੈ, ਸ਼ਬਦ ਦੀ ਸੀਕ੍ਰੇਟ ਦੱਸੀ ਹੈ। ਜੀਵਨ ਸ਼ਬਦ ਦੇ ਜ਼ਰੀਏ ਦੇਖਿਆ ਜਾਏਗਾ ਤਾਂ ਹੁਕਮ ਵਿੱਚ ਲੀਨ ਹੋ ਜਾਵਾਂਗੇ, ਔਰ ਉਹਦੇ ਜ਼ਰੀਏ ਨਹੀਂ ਦੇਖਿਆ ਜਾਏਗਾ ਤਾਂ ਹਉਮੈ ਵਿੱਚ ਰਵਾਂਗੇ। ਫਿਰ ਮੈਟਰ ਨਹੀਂ ਕਰਦਾ ਕਿ ਕਿਸ ਅਵਸਥਾ ਦੇ ਹੋਵਾਂਗੇ, ਜਿੱਧਰ ਵੀ ਹੋਵਾਂਗੇ ਉਹ ਇਨਕੰਪਲੀਟਨੈਸ ਵਿੱਚ ਹੀ ਜਾਏਗਾ। ਹਜ਼ੂਰ ਨੇ ਉਸ ਨੂੰ ਡੁੱਬਣਾ ਕਿਹਾ ਹੈ, ਤਰਨਾ ਨਹੀਂ ਕਿਹਾ। ਗੁਰਮੁਖ ਸਾਇਰ ਪਾਹਣ ਤਾਰੇ। ਗੁਰਮੁਖ ਜਿਹੜਾ ਹੈ, ਗੁਰੂ ਸ਼ਬਦ, ਗੁਰਮੁਖਾਂ ਦੀ ਸੰਗਤ, ਇਹ ਪਾਹਣ, ਇਹ ਸਾਗਰ ਦੇ ਵਿੱਚ ਪੱਥਰ ਨੂੰ ਵੀ ਤਾਰ ਦਿੰਦਾ ਹੈ। ਹੋਪਲੈਸ ਸਿਚੁਏਸ਼ਨਸ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਮੈਂ ਤਾਂ ਇਸ ਜੋਗਾ ਨਹੀਂ ਹਾਂ, ਉਸ ਮੈਂ ਦੇ ਵਿੱਚ ਹੀ ਸਾਰੇ ਭੇਦ ਛਿਪੇ ਹਨ। ਭੇਦ ਵਿਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ। ਸ਼ਬਦ ਨੂੰ ਫੜਿਆ, ਇਸ ਦੁਨੀਆ ਵਿੱਚ ਜੀਂਦੇ ਜੀ ਸਾਰੀ ਉਲਝਣਾਂ ਵਿੱਚ ਰਹਿੰਦੇ ਹੋਏ ਸ਼ਬਦ ਨੂੰ ਮਨ ਵਿੱਚ ਲੀਨ ਕਰ ਦਿੱਤਾ। ਤਾਂ ਜਿਵੇਂ ਮੈਨੂੰ ਗੁਰਮੁਖਾਂ ਨੇ ਸਮਝਾਇਆ ਕਿ ਸ਼ਬਦ ਤਾਂ ਨਿਰੰਤਰ ਚੱਲਦਾ ਹੈ, ਫਿਰ ਉਹਨਾਂ ਦੇ ਵਿੱਚ
ਇਹ ਉਹਨਾਂ ਦੀ ਗੱਲ ਹੈ, ਮੇਰੀ ਨਹੀਂ ਹੈ। ਪਰ ਅਰਦਾਸ ਜ਼ਰੂਰ ਹੈ ਕਿ ਇਸ ਸ਼ਬਦ ਦੀ ਕਮਾਈ ਜੀਵਨ ਵਿੱਚ ਉਤਰੇ, ਸਾਡੇ ਸਾਰਿਆਂ ਦੇ ਜੀਵਨ ਵਿੱਚ ਉਤਰੇ। ਜਿੱਤ ਔਰ ਹਾਰ ਜੀਵਨ ਦੀ ਇਸ ਸ਼ਬਦ ਦੀ ਸੰਗਤ ਵਿੱਚ ਰੱਖੀ ਹੈ। ਡੁੱਬਣਾ ਔਰ ਤਰਨਾ ਇਸ ਸ਼ਬਦ ਦੀ ਸੰਗਤ ਵਿੱਚ ਲਿਖਿਆ ਹੈ। ਜੀਵਨ ਨੂੰ ਨਾ ਜਾਣਨਾ ਔਰ ਜਾਣਨਾ ਇਸ ਸ਼ਬਦ ਦੀ ਸੰਗਤ ਵਿੱਚ ਹੈ। ਇਸ ਕਰਕੇ ਸਾਹਿਬ ਨੇ ਗੁਰਮੁਖ ਸ਼ਬਦ ਦੇ ਵਿੱਚ ਕਈ ਪਦੇ ਸਾਨੂੰ ਗੁਰਮੁਖ ਸਮਝਾਉਣ ਤੇ ਕਰ ਦਿੱਤੇ ਹਨ। ਗੁਰਮੁਖ ਸਾਇਰ ਪਾਹਣ ਤਾਰੇ। ਜੀਵਨ ਬਹੁਤ ਸੌਖਾ ਰਿਹਾ, ਬਹੁਤ ਪੈਸੇ ਕਮਾਏ, ਵੱਡਾ ਪਰਿਵਾਰ ਹੋਇਆ, ਬਹੁਤ ਮਾਣ ਮਿਲਿਆ। ਸ਼ਬਦ ਨੂੰ ਨਹੀਂ ਜਾਣਿਆ, ਜੀਵਨ ਵਿਅਰਥੀ ਹੈ। ਜੀਵਨ ਵਿੱਚ ਜੋ ਕੁਝ ਵੀ ਮਿਲਿਆ, ਸ਼ਬਦ ਨੂੰ ਜਾਣ ਲਿਆ, ਹਲਤ ਔਰ ਪਲਤ ਸਵਰ ਗਿਆ। ਇਸ ਤਰ੍ਹਾਂ ਦੀ ਕੁਝ ਗੱਲ ਲੱਗਦੀ ਹੈ। ਜੋ ਹਜ਼ੂਰ ਦੇ ਹੁਕਮ ਵਿੱਚ ਸਮਝ ਆਉਂਦਾ ਹੈ, ਇਹੀ ਸਮਝ ਆਉਂਦਾ ਹੈ। ਸ਼ਬਦ ਦੀ ਹਜ਼ੂਰੀ ਵਿੱਚ ਜੀਵਨ ਹੈ, ਨਹੀਂ ਤਾਂ ਡੈਥ ਹੈ, ਮੌਤ ਹੈ, ਰੇਤ ਹੈ। ਇਸ ਮਨ ਦੀ ਤਹਿ ਤੇ ਕਈ ਖੇਡਾਂ ਚੱਲਦੀਆਂ ਹਨ। ਇਸ ਮਨ ਦੇ ਕਾਰਨ ਅਸੀਂ ਜਿੱਥੇ ਹਾਂ ਉੱਥੇ ਹਾਂ, ਜੋ ਕਰ ਰਹੇ ਹਾਂ ਉਹ ਕਰ ਰਹੇ ਹਾਂ। ਔਰ ਇਸ ਮਨ ਦੇ ਕਾਰਨ ਇੱਕ ਨਿਰੰਕਾਰ ਜੋ ਸਾਡੇ ਸੰਗ ਸਮਾਉਂਦਾ ਹੈ, ਉਹਨੂੰ ਜਾਣਨ ਦੇ ਤਰੀਕੇ ਮਿਲ ਸਕਦੇ ਹਨ। ਔਰ ਉਹਦਾ ਭੇਦ ਵਿਵੇਖਣ ਸ਼ਬਦ ਗੁਰੂ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਈ ਵਾਰ ਸ਼ਬਦ ਵੱਲ ਪ੍ਰੇਰਿਆ ਹੈ। ਅੱਜ ਦੇ ਪਦੇ ਵਿੱਚ ਜਿਵੇਂ ਕਿਸੇ ਨਿਆਣੇ ਨੂੰ ਸਮਝਾਈਦਾ ਹੈ, ਜੋ ਅਣਜਾਣ ਹੋਏ ਉਸ ਨੂੰ ਦੱਸੀਦਾ ਹੈ, ਤਾਂ ਉਹ ਜਿਸ ਗੱਲ ਨੂੰ ਜਾਣਦਾ ਹੈ ਉਸ ਨੂੰ ਸਾਹਮਣੇ ਰੱਖ ਕੇ ਦੱਸੀਦਾ ਹੈ। ਤਾਂ ਉਹਨਾਂ ਨੇ ਰਾਮਚੰਦਰ ਜੀ ਦੀ ਕਥਾ ਜੋ ਇਸ ਦੇਸ਼ ਵਿੱਚ ਪ੍ਰਚਲਿਤ ਹੈ, ਉਸ ਨੂੰ ਸਾਹਮਣੇ ਰੱਖ ਕੇ ਸਮਝਾਇਆ ਹੈ ਕਿ ਮਨ ਦੇ ਵਿੱਚ ਇੱਕ ਰਾਮ ਵਸਦਾ ਹੈ ਔਰ ਉੱਥੇ ਵੀ ਇੱਕ ਰਾਵਣ ਵਸਦਾ ਹੈ। ਔਰ ਵਿਵੇਖਣ ਸ਼ਬਦ ਰੂਪੀ ਵਿਵੇਖਣ ਦੀ ਮਦਦ ਨਾਲ ਇਹ ਜਿਹੜਾ ਹੁਕਮ ਵਾਲਾ ਮਨ ਹੈ, ਇਹ ਦੂਸਰੇ ਮਨ ਨੂੰ ਫਤਿਹ ਕਰ ਸਕਦਾ ਹੈ। ਇਹਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੀ ਐਨਰਜੀਜ਼, ਜਿਹੜੇ ਗੁਣ ਹਨ, ਜਿਹੜੇ ਡਿਵਿਸਿਵ ਗੁਣ ਹਨ, ਉਹ ਤਿਆਗੇ ਜਾ ਸਕਦੇ ਹਨ। 2 ਕਦਮ ਵੀ ਗੁਰੂ ਨਾਲ ਚੱਲਣਾ ਜੀਵਨ ਬਦਲ ਸਕਦਾ ਹੈ। ਇਹ ਮੈਂ ਦੇਖਿਆ ਹੈ ਕਿ ਗੁਰਮੁਖਾਂ ਦੀ ਸੰਗਤ ਕੁਝ ਘੜੀ ਵੀ ਕਰ ਲਈਏ, ਜੀਵਨ ਦੀ ਸੋਚ ਬਦਲ ਜਾਂਦੀ ਹੈ। ਔਰ ਕਈ ਵਾਰ ਕਈ ਮੀਟਿੰਗਸ ਇਹੋ ਜਿਹੀ ਹੁੰਦੀਆਂ ਜਿਹੜੀ ਹੋਈ ਤਾਂ ਕੁਝ ਸਮੇਂ ਵਿੱਚ, ਪਰ ਉਹਦੀ ਜਿਹੜੀ ਨਿਰਾਲਤਾ ਹੈ, ਉਹਦੀ ਜਿਹੜੀ ਯੂਨੀਕਨੈਸ ਹੈ, ਉਹ ਸਾਰੀ ਜ਼ਿੰਦਗੀ ਖੁੱਲ੍ਹਦੀ ਰਹਿੰਦੀ ਹੈ। ਉਹ ਐਕਸਪੀਰੀਅੰਸ ਆਪਣੀ ਕਿਰਪਾ ਸਾਰੀ ਜ਼ਿੰਦਗੀ ਵਿੱਚ ਦਿੰਦਾ ਰਹਿੰਦਾ ਹੈ। ਉਹ ਕਦੇ ਸਾਥ ਫਿਰ ਜਾਂਦਾ ਨਹੀਂ ਹੈ, ਅਗਰ ਉਹ ਮਨ ਦੀ ਲੈਵਲ ਤੇ ਹੋਏ। ਗੁਰਮੁਖਾਂ ਦੀ ਇੱਕ ਬੜੀ ਸਪੈਸ਼ਲ ਚੀਜ਼ ਸੀ, ਉਸ ਅੰਮ੍ਰਿਤ ਵੇਲੇ ਦਾ ਕੀਰਤਨ ਔਰ ਸ਼ਾਮ ਦੀ ਕਥਾ ਅਭਿਆਸ। ਔਰ ਜਦੋਂ ਉਹ ਕਥਾ ਕਰਦੇ ਸੀ, ਉਹ ਸਮਾਧੀ ਲੱਗਦੀ ਸੀ। ਬਸ 4 ਤੋਂ 5 ਦਾ ਸਮਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕਈ ਲੋਕ, ਹਜ਼ਾਰਾਂ ਲੋਕ ਆਉਂਦੇ ਸਨ। ਪਿਨ ਡ੍ਰੌਪ ਸਾਇਲੈਂਸ ਹੁੰਦਾ ਸੀ। ਤੋੜਾ ਜੀ ਇੱਕ ਵਾਰ ਆਏ ਸਨ ਉੱਥੇ ਫੰਕਸ਼ਨ ਤੇ ਕਹਿਣ ਲੱਗੇ ਕਿ ਉੜਦੇ ਪੰਛੀ ਵੀ ਠਰ ਜਾਣ। ਇਹ ਕਹਿਣ ਦਾ ਤਰੀਕਾ ਹੈ। ਉਸ ਕਥਾ ਵਿੱਚ ਗੁਰੂ ਦੇ ਦਰਸ਼ਨ ਇੱਕ ਨਿਰਾਲੇ ਰੂਪ ਵਿੱਚ ਹੁੰਦੇ ਰਹੇ। ਫਿਰ ਉਹ ਸ਼ਾਮ ਨੂੰ ਡਿਸਕਸ਼ਨ ਹੁੰਦਾ ਸੀ, ਅੱਜ ਗੁਰੂ ਨੇ ਕੀ ਕਿਹਾ, ਅੱਜ ਗੁਰੂ ਕਿਧਰ ਗਏ। ਇੱਕ ਪ੍ਰੇਮ ਦੀ ਗੱਲ ਚੱਲਦੀ ਸੀ, ਜਿਵੇਂ ਸਮਾਂ ਖਤਮ ਹੀ ਹੋ ਗਿਆ ਹੋਏ ਔਰ ਜੀਵਨ ਦੇ ਉਸ ਸਮੇਂ ਵਿੱਚ ਛਾਤਰ ਹੋ ਗਏ ਹੋਏ। ਅੰਗਰੇਜ਼ੀ ਵਿੱਚ ਇਹਨੂੰ ਐਨਾਰਕਨਿਜ਼ਮ ਕਹਿੰਦੇ ਹਨ। ਇੱਕ ਸਮੇਂ ਵਿੱਚ ਹੁੰਦਾ ਹੋਇਆ ਦੂਸਰੇ ਸਮੇਂ ਨੂੰ ਜੀ ਰਿਹਾ ਹੈ।
ਐਨਾਰਕਨਿਜ਼ਮ। ਹਜ਼ੂਰ ਨੇ ਅੱਜ ਸਾਨੂੰ ਜੀਵਨ ਤੋਂ ਪਾਰ ਜਾਣ ਦੀ ਵਿਧੀ ਸਮਝਾਈ ਹੈ। ਕਿਵੇਂ ਜੀਵਨ ਨੂੰ ਜਿੱਤ ਲੈਣਾ ਹੈ, ਔਰ ਇਹ ਜਿੱਤ ਮਨ ਦੀ ਲੈਵਲ ਤੇ ਹੋਏਗੀ। ਜਪਜੀ ਸਾਹਿਬ ਵਿੱਚ ਤੇ ਇਹੀ ਦੱਸਿਆ ਸੀ ਸਾਨੂੰ, ਮਨ ਜੀਤੇ ਜਗ ਜੀਤ, ਆਈ ਪੰਥੀ ਸਗਲ ਜਮਾਤੀ। ਇਹ ਸਾਰੀ ਦੁਨੀਆ ਮੇਰੀ ਜਮਾਤ ਹੈ। ਮਨ ਜੀਤੇ ਜਗ ਜੀਤ। कितनी प्यारी तरह साहिब ने सानू शब्द गुरु की गल समझाई है। आखिरी पंक्ति में साहिब कहते हैं, गुरमुख कोट 33 उदारे। कोट 33 करोड़ों 33 करोड़ 33 करोड़, मतलब भाव अनेक। गुरमुख निरंकार, गुरमुख गुरु, गुरमुख शब्द अभ्यासी, अनेकां ही नाल तर जाते हैं। कोई गिनती नहीं है। जिवें शब्द एक पगडंडी होए, एक मार्ग होए, बांह पकड़ के गुरु नाल ले जाता है। कई बार धक्के नाल, कई बार प्रेम नाल, भला करन वास्ते गुरु सानू शब्द बख्शदा है। असी शब्द नू ਉਹਦੇ ਸਿੱਖ ਬਣ ਕੇ ਅੰਤਰਮਨ ਵਿੱਚ ਆਲਿੰਗਨ ਕਰ ਲਈਏ, ਇਨਵਾਈਟ ਕਰ ਲਈਏ। ਦ ਮੈਜਿਕ ਵਿਲ ਹੈਪਨ ਬਿਟਵੀਨ ਸ਼ਬਦ ਐਂਡ ਮਨ। ਸਾਡੇ ਕਰਨ ਤੋਂ ਨਹੀਂ, ਸ਼ਬਦ ਦੇ ਕੜਨ ਤੋਂ। ਕੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਇਹ ਉਹਦੀ ਨਜ਼ਰ ਹੈ ਕਿ ਅਸੀਂ ਸ਼ਬਦ ਨੂੰ ਕਮਾਉਣ ਜੋਗੇ ਅਵਸਥਾ ਵਿੱਚ ਹਾਂ। ਇਸ ਨੂੰ ਕਮਾ ਕੇ ਭਵ ਸਾਗਰ ਤਰੀਏ। ਨਾਨਕ ਨਾਮ ਬਖਾਣੇ। ਗੁਰੂ ਨਾਨਕ ਦੇ ਚਰਨਾਂ ਦੀ ਧੂੜ ਸ਼ਬਦ ਗੁਰੂ ਹੈ। ਗੁਰੂ ਸਾਹਿਬ ਨੂੰ ਜਾਣਨਾ ਹੈ, ਨੇੜੇ ਦੇਖਣਾ ਹੈ। ਸ਼ਬਦ ਨੂੰ ਮਨ ਵਿੱਚ ਆਲਿੰਗਨ ਕਰੀਏ। किधरे गुरु की हजूरी हर जगह है, कोई जगह नहीं जिथे नहीं है। गुरु नानक साहब की बाणी की विचार करते मैं कई भुल करदा हाँ, आप जरूर सोच देना। आप दा धन्नवाद है कि यह मौका मैनू बख्शदे हो, जिथे मेरे वर्गा नितिन कुछ विचार साझे कर लैंदा है। मैनू लगता है गुरमुखा की कृपा है। गुरमुख का प्रेम जाता नहीं किधरे, उसकी हजूरी आती रही है जीवन में। इवें असी सारे इस शब्द की कमाई में जीवन नू लीन करिए। यह अरदास महाराज अगे अज की विचार इन्नी ही प्रवान करना। आप कुछ कहना चाहो, जी आया नू। धन्यवाद।